सत श्री अकाल। जस्ट टीवी वेखण वाले साडे सारे दर्शकों का मैं जसमीत कौर इस्तेमाल करती हूँ लैके हाजिर हाँ जी खास प्रोग्राम अज का मुद्दा। अज असी गल करांगे किरपान कतल ते कानून दे बारे। तो सब तो पहला ग्राफिक्स के जरिए समझ लेने आ कि मुद्दा है की है। अज का मुद्दा कतल कानून ते किरपान दे नाल जुड़िया होया है। यूके दे विच किरपान ते बैन दी मंग उठी है जिसका मसला भख गया है। पाबंदी लई उठी आवाज का सिख जथेबंदियों के वलों विरोध किया गया है। एक लई सब नूं निशाना ना बनाया जाए, जथेबंदियों का कहना है। देशदार हथियार नाल हैनरी नोवाक के कतल के दोष साबित हुए ने। मेरे वालों सेल्फ डिफेंस विच अजिहा किया गया। अजिहा कहना है जी विक्रम दिगवा दा। तेजदार हथियार दे नाल हैनरी नोवाक का कतल किया गया सी। सेल्फ डिफेंस दे विच कतल किया गया। तेजदार हथियार दे नाल उसके दोष साबित हुए ने। मां किरणजीत कौर भी अपराधी की मदद लई दोषी करार है। कुछ सियासी धिरां ने किरपान ते पाबंदी का विरोध किया है। माफ करना, कुछ सियासी धिरां ने किरपान ते पाबंदी की मांग की है कि किरपान ते पाबंदी लाई जाए। हुण पाबंदी लगेगी जां फिर नहीं लगेगी। दरअसल होया की सी, हुण तुहानूं दसदे हां कि विक्रम सिंह धिकवा जिहड़े उन्हां नूं उमर कैद की सजा दी हुई है 21 साल की। 18 साल के यूनिवर्सिटी स्टूडेंट हैनरी नोवाक के कतल मामले दे विच उसनूं सजा हुई है। हाई प्रोफाइल यूके ट्रायल है ये। साउथहैम्पटन क्राउन कोर्ट दे वल्लों इहनूं गिल्टी पाया गया, वर्डिक्ट सुनाया गया कोर्ट दे वल्लों। हुण जेकर डिटेल्स की गल करिए, 3 दसंबर 2025 ਨੂੰ 23 ਸਾਲਾਂ ਦੇ ਵਿਕਰਮ ਦਿਗਵਾ ਨੇ ਹੈਨਰੀ ਨੋਵਾਕ ਨੂੰ 5 ਵਾਰ ਚਾਕੂ ਮਾਰਿਆ। 21 ਸੈਂਟੀਮੀਟਰ ਦਾ ਸੀ, ਯਾਨੀ ਕਿ 8 ਇੰਚ ਦਾ ਸੀ। ਉਸ ਤੋਂ ਬਾਅਦ ਹੈਨਰੀ ਨੋਵਾਕ ਦੇ ਘਰੋਂ ਇਹ ਜਿਹੜਾ ਆ ਗਿਆ। ਅਰੇ ਮਾਫ करना, उस तो बाद हैनरी नोवाक की मौत हो जाती है। दिगवा का कहना है कि उसने ये चाकू नहीं है, किरपान है ਅਤੇ ਆਪਣੇ ਧਰਮ ਦੀ ਰੱਖਿਆ ਲਈ ਉਹ ਪਹਿਨਦਾ ਹੈ। ਸਾਡੇ ਧਰਮ ਦਾ ਚਿੰਨ੍ਹ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਦਿਗਵਾ ਨੇ ਇਹ ਵੀ ਆਖਿਆ ਕਿ ਉਸਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਹੈਨਰੀ ਨੂੰ ਮਾਰਿਆ, ਕਿਉਂਕਿ ਹੈਨਰੀ ਉਸ ਨੂੰ ਮਾਰ ਦੇਣ ਵਾਲਾ ਸੀ ਤੇ ਉਸਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਉਸ ਨੂੰ ਮਾਰਿਆ। ਦਿਗਵਾ ਦੇ ਜਿਹੜੇ ਬਿਆਨ ਨੇ ਉਹਨਾਂ ਨੂੰ ਝੂਠਾ ਪਾਇਆ ਅਦਾਲਤ ਨੇ। ਉਸਦੀ ਮਾਂ ਕਿਰਨਜੀਤ ਕੌਰ ਨੂੰ ਵੀ गिल्टी पाया है कि उसने अपने पुत्र ਨੂੰ ਸ਼ਹਿ ਦਿੱਤੀ, ਉਸਨੂੰ ਲੁਕੋਇਆ। ਮਰਡਰ ਵੈਪਨ ਹੈ ਜਿਹੜਾ ਉਹ ਉੱਥੋਂ ਮਿਲਿਆ। ਹੁਣ ਉਸਨੂੰ ਵੀ ਸਜ਼ਾ ਜਿਹੜੀ 17 ਜੁਲਾਈ 2026 ਨੂੰ ਸੁਣਾਈ ਜਾਣੀ ਹੈ। ਜਾਨੀ ਕਿ ਹਾਲੇ ਮਾਤਾ ਨੂੰ ਸਜ਼ਾ ਨਹੀਂ ਸੁਣਾਏਗੀ, ਉਸਨੂੰ ਸਜ਼ਾ ਸੁਣਾਈ ਜਾਣੀ ਹੈ। ਇਸ ਘਟਨਾ ਤੋਂ ਬਾਅਦ यूके ਬ੍ਰਿਟੇਨ ਦੇ ਵਿੱਚ ਬਹੁਤ ਸਾਰੇ ਲੋਕ, ਖਾਸ ਕਰਕੇ ਸੱਜੇ ਪੱਖੀ ਸਿਆਸੀ ਪਾਰਟੀਆਂ ਮੰਗ ਕਰ ਰਹੀਆਂ ਨੇ कि किरपान ते पूर्ण पाबंदी ला दी जाए, जबकि सिख जथेबंदियां कह रही ने कि अजिहा नहीं होना चाहिए। एक बंदे ने जेकर गलत किया है तो उसने सारे भाईचारे नूं दोषी नहीं ठहराया जा सकता। हुण असीं तुहानूं दस दईए कि साडा प्रोग्राम इस वेले लाइव है। साडे नंबर्स तुहाडी टीवी स्क्रीन दे उपर फ्लैश हो रहे हैं। इन्हां नंबरां ते तुसीं कॉल कर सकते हो ते अपनी राय तुसीं साडे नाल सांझी कर सकते हो कि तुसीं की कहना चाहुंदे हो। ਹੁਣ ਜਦੋਂ ਹੈਨਰੀ ਨੋਵਾਕ ਦਾ ਕਤਲ ਹੋਇਆ ਤਾਂ ਪੁਲਿਸ ਨੇ ਵੀ ਅਪੋਲੋਜਾਈਜ਼ ਫੀਲ ਕੀਤੀ ਕਿ ਅਸੀਂ ਹੈਨਰੀ ਨੂੰ ਬਚਾ ਨਹੀਂ ਸਕੇ। ਇੱਕ ਬਰੂਟਲੀ ਮਰਡਰ ਸੀ। ਇਨਵੈਸਟੀਗੇਸ਼ਨ ਆਫਿਸਰ ਦੇ ਵੱਲੋਂ ਜਿਹਾ ਆਖਿਆ ਗਿਆ। ਹੁਣ ਸਿੱਖ ਕਮਿਊਨਿਟੀ ਹੈ ਜਿਹੜੀ, ਉਹਨਾਂ ਨੇ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹ ਰਿਲੀਜ਼ ਕੀਤੀ। ਸਿੱਖ ਪ੍ਰੈਸ ਐਸੋਸੀਏਸ਼ਨ ਦੇ ਵੱਲੋਂ ਇਸ ਮਰਡਰ ਨੂੰ ਕੰਡੈਮ ਕੀਤਾ ਗਿਆ ਤੇ ਨਾਲ ਹੀ ਕਲੈਰੀਫਾਈ ਕੀਤਾ ਗਿਆ ਕਿ ਜੋ ਵੈਪਨ ਯੂਜ਼ ਕੀਤਾ ਗਿਆ ਹੈ ਉਹ ਕਿਰਪਾਨ ਨਹੀਂ ਹੈ। ਇਹ ਕ੍ਰਾਈਮ ਜਿਹੜਾ ਹੋਇਆ ਹੈ ਉਹਦਾ ਸਿੱਖੀਜ਼ਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਡੀਪ ਕੰਸਰਨ ਹੈ ਆਨਲਾਈਨ ਜਿਹੜਾ ਅਬਿਊਜ਼ ਹੈ ਉਹ ਇੱਕ ਪੂਰੀ ਕਮਿਊਨਿਟੀ ਨੂੰ ਕੀਤਾ ਜਾ ਰਿਹਾ ਹੈ। ਕਿਉਂਕਿ ਜਦੋਂ ਮਰਡਰ ਹੋਇਆ ਤਾਂ ਬਹੁਤ ਸਾਰੇ ਲੋਕਾਂ ਨੇ ਆਨਲਾਈਨ ਸਿੱਖਾਂ ਨੂੰ ਗਾਲਾਂ ਕੱਢੀਆਂ ਤੇ ਕਾਫੀ ਕੁਝ ਅੰਟ-ਸ਼ੰਟ ਬੋਲਿਆ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਯੂਕੇ ਦੇ ਵਿੱਚ ਆਪਣਾ ਵਿਰੋਧ ਪ੍ਰਗਟ ਕੀਤਾ। ਫਿਰ ਇਹ ਕੇਸ ਹੈ ਜਿਹੜਾ ਵੱਡਾ ਬਣਿਆ।
ਪੋਲੀਟੀਕਲ ਡਿਬੇਟਸ ਹੋਈਆਂ, ਪਬਲਿਕ ਪ੍ਰੋਟੈਸਟ ਹੋਈ ਯੂਕੇ ਦੇ ਵਿੱਚ। ਫਿਰ ਕੁਝ ਪੋਲੀਟੀਕਲ ਫਿਗਰਸ ਨੇ ਮੰਗ ਕੀਤੀ ਕਿ ਬੈਨ ਹੈ ਜਿਹੜਾ ਇਸ ਤੇ ਲਗਾ ਦਿੱਤਾ ਜਾਵੇ। ਹੁਣ ਬੈਨ ਲਗਾਇਆ ਜਾਵੇ ਜਾਂ ਨਾ ਲਾਇਆ ਜਾਵੇ ਇਹ ਕੋਰਟ ਤੈਅ ਕਰੇਗੀ, ਪਰ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਨੇ ਕਿ ਬੈਨ ਨਹੀਂ ਲਾਇਆ ਜਾਣਾ ਚਾਹੀਦਾ। ਇੱਕ ਵਿਅਕਤੀ ਦੀ ਸਜ਼ਾ ਪੂਰੇ ਭਾਈਚਾਰੇ ਨੂੰ ਨਹੀਂ ਦਿੱਤੀ ਜਾ ਸਕਦੀ। ਇਹ ਸਾਡਾ ਰਿਲੀਜੀਅਸ ਸਿੰਬਲ ਹੈ, ਅਸੀਂ ਇਸ ਤੋਂ ਬਿਨਾਂ ਨਹੀਂ ਰਹਿ ਸਕਦੇ। ਪਰ ਇਸ ਪੂਰੇ ਮਸਲੇ ਤੇ ਸਾਡੇ ਦਰਸ਼ਕ ਕੀ ਕਹਿਣਾ ਚਾਹੁੰਦੇ ਨੇ ਉਹ ਆਪਣੀ ਰਾਏ ਦੇ ਸਕਦੇ। ਸਾਡੇ ਸਵਾਲ ਤੁਹਾਡੀ ਟੀਵੀ ਸਕਰੀਨ ਦੇ ਉੱਪਰਲੀ ਪੱਟੀ ਤੇ ਚੱਲ ਰਹੇ, ਇਹ ਸਵਾਲ ਵੀ ਤੁਸੀਂ ਪੜ੍ਹ ਸਕਦੇ ਹੋ। ਇਨਫੋਰਮੇਸ਼ਨ ਪੂਰੀ ਡਿਟੇਲ ਦੇ ਵਿੱਚ ਨਾਲ ਚੱਲ ਰਹੀ ਹੈ, ਇਸ ਨੂੰ ਵੀ ਤੁਸੀਂ ਪੜ੍ਹ ਸਕਦੇ ਹੋ। ਕੀ ਵਾਕਿਆ ਹੀ ਕਿਰਪਾਨ ਤੇ ਪਾਬੰਦੀ ਲਾਉਣਾ ਜਾਇਜ਼ ਹੈ, ਜਾਂ ਫਿਰ ਕਿਰਪਾਨ ਤੇ ਪਾਬੰਦੀ ਨਾ ਲਾ ਕੇ ਜੋ ਸਜ਼ਾ ਉਸ ਨੂੰ ਦਿੱਤੀ ਗਈ ਹੈ ਵਿਕਰਮ ਸਿੰਘ ਦੇਵਪਾਲ ਨੂੰ ਉਹ ਠੀਕ ਹੈ? ਕਿ ਵਾਕਿਆ ਹੀ ਅਜਿਹਾ ਕਰਨਾ ਨਹੀਂ ਸੀ ਚਾਹੀਦਾ ਵਿਕਰਮ ਦੇਵਪਾਲ ਨੂੰ, ਜਾਂ ਵਾਕਿਆ ਹੀ ਉਸਨੇ ਸੈਲਫ ਡਿਫੈਂਸ ਦੇ ਵਿੱਚ ਅਜਿਹਾ ਕੀਤਾ? ਕਈ ਲੋਕ ਉੱਥੇ ਅਜਿਹੇ ਹੋਣਗੇ ਜੋ ਉਸੇ ਨੇੜ ਤੇੜਦੇ ਹੋਣਗੇ, ਉਹ ਸਾਡੇ ਨਾਲ ਇਹ ਪੂਰੀ ਡਿਟੇਲ ਵੀ ਸਾਂਝੀ ਕਰ ਸਕਦੇ ਨੇ ਜੇ ਕਿਸੇ ਕੋਲ ਹੈ ਤੇ। ਸਾਡਾ ਅੱਜ ਦਾ ਮੁੱਦਾ ਚੁੱਕਣ ਦਾ ਮਕਸਦ ਇਹ ਹੈ ਕਿ ਕਈ ਵਾਰ 에ਅਰਪੋਰਟ ਸੇ ਸਾਨੂੰ ਸ੍ਰੀ ਸਾਹਿਬ ਉਤਾਰਨਾ ਪੈਂਦਾ ਹੈ, ਕਿਰਪਾਨ ਬਾਹਰ ਰੱਖੇ ਜਾਣੀ ਪੈਂਦੀ ਹੈ। ਬਗਾਨੇ ਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਮੌਕੇ ਤੇ ਕਿਰਪਾਨ ਪਹਿਨਣ ਦੀ ਇਜਾਜ਼ਤ ਨਹੀਂ ਹੈ, ਕਈ ਦੇਸ਼ਾਂ ਦੇ ਵਿੱਚ ਧਾਰਮਿਕ ਸਿੰਬਲ ਪਹਿਨਣ ਦੀ ਇਜਾਜ਼ਤ ਨਹੀਂ ਹੈ। ਤਾਂ ਹੁਣ ਯੂਕੇ ਦੇ ਵਿੱਚ ਵੀ ਕੀ ਵਾਕਿਆ ਹੀ ਅਜਿਹਾ ਹੋਏਗਾ ਜਾਂ ਫਿਰ ਅਜਿਹਾ ਨਹੀਂ ਹੋਏਗਾ? ਕਿਸ ਤਰ੍ਹਾਂ ਦਾ ਫੈਸਲਾ ਹੈ ਜਿਹੜਾ ਕੋਰਟ ਤੋਂ ਆਏਗਾ, ਉੱਥੋਂ ਦੀ ਸਰਕਾਰ ਕੀ ਦੱਸੇਗੀ, ਸਰਕਾਰ ਕੀ ਫੈਸਲਾ ਲਏਗੀ ਕਿ ਉੱਥੇ ਰਹਿਣ ਵਾਲੇ ਸਿੱਖਾਂ ਦਾ ਵਜੂਦ ਨਹੀਂ ਹੈ ਕੋਈ? ਪਾਬੰਦੀ ਦੀ ਵਕਾਲਤ ਸਿੱਖਾਂ ਦੀ ਮੁਖਾਲਫਤ, ਇੱਕ ਸ਼ਖਸ ਦਾ ਕਾਰਾ ਨਿਸ਼ਾਨੇ ਤੇ ਭਾਈਚਾਰਾ, ਇਹ ਸਵਾਲ ਹੈ। ਚਰਚਾ ਚ ਕਕਾਰ ਘਟਨਾ ਦੇ ਕਿੱਥੇ ਜੁੜੇ ਤਾਰ, ਘਟਨਾ ਦੇ ਤਾਰ ਕਿੱਥੇ ਜੁੜੇ ਨੇ? ਵਿਕਰਮ ਸਿੰਘ ਦਿਵਕਾ ਯੂਨੀਵਰਸਿਟੀ ਦੇ ਵਿਦਿਆਰਥੀ ਹਨ ਤੇ ਕਤਲ ਦੇ ਦੋਸ਼ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ਦੀ ਮਾਂ ਨੂੰ 26 ਜੁਲਾਈ ਨੂੰ ਸਜ਼ਾ ਜਿਹੜੀ ਉਹ ਸੁਣਾਈ ਜਾਣੀ ਹੈ। ਮਾਫ ਕਰਨਾ, 17 ਜੁਲਾਈ 2026 ਨੂੰ ਉਸਦੀ ਮਾਤਾ ਨੂੰ ਸਜ਼ਾ ਸੁਣਾਈ ਜਾਏਗੀ। ਹੁਣ ਕੀ ਉਸਦੀ ਮਾਤਾ ਵੀ ਬਰਾਬਰ ਦੀ ਹੀ ਦੋਸ਼ੀ ਮੰਨੀ ਜਾਵੇਗੀ? ਲੋਕ ਕੀ ਸਮਝਦੇ ਨੇ ਕਿ ਉਸਦੀ ਮਾਂ ਬਰਾਬਰ ਦੀ ਦੋਸ਼ੀ ਹੈ ਜਿਸਨੇ ਉਸਨੂੰ ਲੁਕੋ ਕੇ ਰੱਖਿਆ? ਇੰਡੀਆ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਕਿਸੇ ਨੂੰ ਲੁਕੋ ਲਿਆ ਜਾਂਦਾ ਹੈ, ਕੇਸ ਲੰਮੇ ਚੱਲਦੇ ਨੇ, ਕਈ ਵਾਰ ਬਚ ਜਾਂਦੇ ਨੇ, ਪਰ ਹਰ ਦੇਸ਼ ਦੇ ਕਾਨੂੰਨ, ਹਰ ਦੇਸ਼ ਦੀ ਪੁਲਿਸ ਵੱਖਰੀਆਂ ਕੰਮ ਕਰਦੀ ਹੈ। ਯੂਕੇ ਦੀ ਪੁਲਿਸ ਸਖਤ ਹੈ, ਉੱਥੋਂ ਦੀ ਕੋਰਟਸ ਸਖਤ ਨੇ। ਬਹੁਤ ਜਲਦੀ ਕੇਸ ਚੱਲਿਆ, ਕੇਸ ਦੇ ਵਿੱਚ ਸਜ਼ਾ ਹੋ। ਜੇਕਰ ਕਿਤੇ ਕੇਸ ਇੰਡੀਆ ਦੇ ਵਿੱਚ ਹੋਇਆ ਹੁੰਦਾ ਬਹੁਤ ਲੰਮਾ ਲੰਘ ਗਿਆ, ਕਈ ਸਾਲ ਲੱਗ ਗਏ। ਕੋਈ ਹੀ ਕੇਸ ਹੁੰਦਾ ਹੈ ਜਿੱਥੇ ਪੁਲਿਸ ਬਹੁਤ ਛੇਤੀ ਨਾਲ ਕੰਮ ਕਰਦੀ ਹੈ ਤੇ ਦੋਸ਼ੀਆਂ ਨੂੰ ਸਲਾਖਾਂ ਤਾਈਂ ਪਹੁੰਚਾਉਣ ਦੇ ਵਿੱਚ ਅਦਾਲਤ ਦੀ ਮਦਦ ਕਰਦੀ। ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜੀ ਕਿ ਕਿਰਪਾਨ ਤੇ ਵਾਕਿਆ ਹੀ ਪਾਬੰਦੀ ਲੱਗੇ ਜਾਂ ਵਾਕਿਆ ਹੀ ਸਿੱਖ ਜਥੇਬੰਦੀਆਂ ਦੀ ਮੰਗ ਸਹੀ ਹੈ? ਇਹ ਸਾਰਿਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ, ਸਾਰਿਆਂ ਨੂੰ ਨਿਸ਼ਾਨੇ ਤੇ ਨਹੀਂ ਲਿਆ ਜਾਣਾ ਚਾਹੀਦਾ। ਜਿਸਨੇ ਗਲਤੀ ਕੀਤੀ ਉਸ ਨੂੰ ਸਜ਼ਾ ਮਿਲੇ। ਇਹ ਵਾਕਿਆ ਹੀ ਅਜਿਹਾ ਸਹੀ ਹੈ? ਅਸੀਂ ਤੁਹਾਨੂੰ ਉਸ ਦਿਨ ਦੀ ਸੀਸੀਟੀਵੀ ਦਿਖਾ ਰਹੇ ਹਾਂ ਨਾਲ 2025 ਦੀ, ਦਸੰਬਰ 2025 ਦੀ, ਜਦੋਂ ਹੈਨਰੀ ਦਾ ਕਤਲ ਹੋਇਆ ਸੀ, ਹੈਨਰੀ ਨੂੰ ਮਾਰਿਆ ਗਿਆ ਸੀ। ਤਸਵੀਰਾਂ ਨਾਲ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਅਜਿਹਾ ਸਭ ਹੋਇਆ ਹੈ, ਕਿਵੇਂ ਹੈਨਰੀ ਉਸਦੇ ਪਿੱਛੇ ਜਾਂਦਾ ਹੈ ਜਾਂ ਫਿਰ ਉਹ ਉਸਦੇ ਬਾਅਦ ਵਿੱਚ ਪਿੱਛੇ ਜਾਂਦਾ ਹੈ, ਕਿਵੇਂ ਇਹ ਪੂਰੀ ਵਾਰਦਾਤ ਵਾਪਰੀ। ਹੁਣ ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ ਕਿ ਵਾਕਿਆ ਹੀ ਇਹ ਸਾਰੇ ਕਕਾਰ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਨ ਹੋਣੇ ਚਾਹੀਦੇ। ਕੀ ਅਸੀਂ ਆਪਣੀ ਇੰਨੀ ਹੀ ਇੱਜ਼ਤ ਬਣਾ ਸਕੇ ਹਾਂ ਵਿਦੇਸ਼ਾਂ ਦੇ ਵਿੱਚ? ਕੀ ਸਾਡੇ ਰਿਲੀਜੀਅਸ ਜਿਨ੍ਹਾਂ ਦੀ ਪਛਾਣ ਹੀ ਨਹੀਂ ਹੈ, ਜਾਂ ਫਿਰ ਇਸ ਕਤਲ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਕਿਸੇ ਤਰੀਕੇ ਨਾਲ? ਕਿਹੜਾ ਰਸਤਾ ਜਿਹੜਾ ਹੋਣਾ ਚਾਹੀਦਾ ਹੈ ਤੇ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਾਰੋਬਾਰ, ਤੁਸੀਂ ਦੱਸ ਸਕਦੇ। ਇਹ ਮਸਲਾ ਛੋਟਾ ਨਹੀਂ ਹੈ, ਇਹ ਮਸਲਾ ਬਹੁਤ ਵੱਡਾ ਹੈ। ਜੇਕਰ ਤੁਸੀਂ ਅੱਜ ਨਾ ਬੋਲੇ ਤਾਂ ਫਿਰ ਕਦੇ ਵੀ ਨਹੀਂ ਬੋਲ ਸਕਦੇ, ਕਿਉਂਕਿ ਪਲੇਟਫਾਰਮ ਤੁਹਾਡਾ ਹੈ ਔਰ ਤੁਸੀਂ ਹੀ ਇਸ ਤੇ ਬੋਲਣਾ। ਹੁਣ ਤੁਸੀਂ ਦੱਸੋ ਕਿ ਵਾਕਿਆ ਹੀ ਜੋ ਮੰਗ ਉੱਥੇ ਰਾਈਟ ਪੋਲੀਟੀਕਲ ਪਾਰਟੀਆਂ ਨੇ ਕੀਤੀ ਹੈ ਕਿ ਜੀ ਪ੍ਰੋਹਿਬਿਟ ਕਰ ਦਿਓ ਕਿਰਪਾਨ, ਕਿ ਵਾਕਿਆ ਹੀ ਕਿਰਪਾਨ ਪ੍ਰੋਹਿਬਿਟ ਕੀਤੀ ਜਾਣੀ, ਜਾਂ ਫਿਰ ਜਾਣਬੁੱਝ ਕੇ ਸਿੱਖੀਜ਼ਮ ਨੂੰ ਟਾਰਗੇਟ ਕੀਤਾ ਜਾ ਰਿਹਾ?
क्योंकि किसी एक ने गलती की तो सारा भाईचारा किवें गिल्टी हो, सारे भाईचारे ਨੂੰ ਗਾਲਾਂ ਕੱਢੀਆਂ ਗਈਆਂ सोशल मीडिया ਤੇ ਅਬਿਊਜ਼ ਕੀਤਾ ਗਿਆ कि ये चीज़ां गलत नहीं सी। जिसने गलती की उसनूं सजा कानून दूगा, कानून ने अपना काम किया भी ते बाकी लोग किवें गिल्टी हो गए क्योंकि चंगे माड़े लोग हर धर्म दे विच होंदे ने, हर धर्म दे लोकां दे विच चंगे माड़े लोग होया तो फिर किस तरह एक बंदे की गलती दे नाल सारा सिख धर्म ही गलत हो गया, सारे सिख धर्म नाल जुड़े हुए सिख ही गलत हो गए। ये राइट पार्टीज की ये मंग ठीक है ਜਾਂ ਫਿਰ ਇਹ ਗਲਤ ਹੈ। ਫਿਲਹਾਲ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਸਾਡਾ ਪ੍ਰੋਗਰਾਮ ਲਾਈਵ ਹੈ, ਤੁਸੀਂ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ, ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਦੇ ਉੱਪਰ ਫਲੈਸ਼ ਹੋ ਰਹੇ ਨੇ, ਇਹਨਾਂ ਨੰਬਰਾਂ ਤੇ ਕਾਲ ਕਰੋ ਤੇ ਆਪਣੀ ਰਾਏ ਦਿਓ। ਐਨੀ ਨਵਾਕ ਦੇ ਕਤਲ ਮਾਮਲੇ ਨੇ ਯੂਕੇ ਦੇ ਵਿੱਚ ਪੂਰੇ ਸਿੱਖ ਸਮਾਜ ਨੂੰ ਹਿਲਾ ਕੇ ਰੱਖ ਦਿੱਤਾ, ਸਿੱਖ ਜਗਤ ਨੂੰ ਹਿਲਾ ਦਿੱਤਾ, ਕਈ ਸਵਾਲ ਖੜੇ ਕਰ ਦਿੱਤੇ। पर सवाल सब तो बड़ा यह उठता है कि जो गुनाहगार अपनी निजी दुश्मनी या गलती ਨੂੰ ਲੁਕਾਉਣ ਦੇ ਲਈ ਧਾਰਮਿਕ ਚਿੰਨ੍ਹਾਂ ਦਾ ਸਹਾਰਾ ਲੈਂਦਾ ਹੈ ਤਾਂ ਕੀ ਉਹ ਸਿਰਫ ਇੱਕ ਇਨਸਾਨ ਦਾ ਕਤਲ ਕਰਦਾ ਹੈ ਜਾਂ ਪੂਰੇ ਭਾਈਚਾਰੇ ਦੀ ਅਕਸ ਨੂੰ ਦਾਗਦਾਰ ਕਰਦਾ ਹੈ। ਇਹ ਸਾਡਾ ਅੱਜ ਦਾ ਸਵਾਲ ਹੈ। ਸਵਾਲ ਇਹ ਵੀ ਹੈ ਕਿ ਗੁਰੂ ਦੀ ਬਖਸ਼ੀ ਹੋਈ ਕਿਰਪਾਨ ਕਿਸੇ ਦੀ ਰੱਖਿਆ ਲਈ ਉੱਠਦੀ ਹੈ, ਕਿਸੇ ਮਾਸੂਮ ਦੀ ਜਾਨ ਲੈਣ ਦੇ ਲਈ ਨਹੀਂ। ਸਾਊਥਹੈਂਪਟਨ ਦੀ ਅਦਾਲਤ ਦੇ ਫੈਸਲੇ ਤੋਂ ਬਾਅਦ जिस तरह सिख जथेबंदी ने इकट्ठे होकर इस कतल की निंदा की है, उसने साफ किया है कि अपराध का कोई धर्म नहीं होता। हुण अज सानू सोचना पवेगा कि जिहे गुनाह तो बाद जदों सोशल मीडिया ते पूरे भाईचारे नूं निशाना बनाया जाता है तां असीं अजिही नफरत का मुकाबला कानूनी ते समाजिक तौर ते किवें कर सकदे ताकि कानूनी तौर ते यूके दे विच सिखां दे कोल इस बैन नूं रुकवाउण दा कोई हल है ਜਾਂ ਫਿਰ ਨਹੀਂ ਹੈ ਕਿ ਵਾਕਿਆ ਹੀ ਕਾਨੂੰਨੀ ਤੌਰ ਤੇ ਕਿਸੇ ਤਰ੍ਹਾਂ ਦੇ ਨਾਲ ਇਸ ਪਾਬੰਦੀ ਨੂੰ ਰੁਕਵਾਇਆ ਜਾ ਸਕਦਾ ਹੈ। ਜਦੋਂ 18 ਸਾਲ ਦਾ ਨੌਜਵਾਨ ਸੜਕ ਤੇ ਦਮ ਤੋੜ ਰਿਹਾ ਹੋਵੇ, ਕਾਨੂੰਨ ਦੇ ਰਖਵਾਲੇ ਝੂਠੀ ਕਹਾਣੀਆਂ ਦੀ ਪ੍ਰਭਾਵ ਦੇ ਵਿੱਚ ਜਾ ਕੇ ਹੱਥਕੜੀਆਂ ਲਗਾ ਲੈਣ ਤਾਂ ਇਨਸਾਨੀਅਤ ਵੀ ਸ਼ਰਮਸਾਰ ਹੁੰਦੀ ਹੈ। ਅੰਸ਼ਾਇਰ ਪੁਲਿਸ ਦੀ ਜਨਤਕ ਮਾਫੀ ਅਤੇ ਆਈਓਪੀਸੀ ਦੀ ਜਾਂਚ ਇਸ ਕੇਸ ਦਾ ਪਹਿਲੂ ਹੈ ਜਿਸ ਤੇ ਗੱਲ ਹੋਣੀ ਬਹੁਤ ਜ਼ਰੂਰੀ ਹੈ क्योंकि इस केस से गल होनी बहुत जरूरी है। सवाल यह भी है कि सिर्फ एक माफीनामा उस मां की गोद वापस भर सकता है ਅਤੇ ਭਵਿੱਖ ਦੇ ਵਿੱਚ ਜਿਹੜੀਆਂ ਨਸਲੀ ਜਾਂ ਪੱਖਪਾਤੀ ਗਲਤੀਆਂ ਨੂੰ ਰੋਕਣ ਲਈ ਕਿ ਸਾਡਾ ਸਿਸਟਮ ਤਿਆਰ ਹੈ, ਕਿ ਵਾਕਿਆ ਹੀ ਸਾਡਾ ਸਿਸਟਮ ਤਿਆਰ ਹੈ। ਸਭ ਦੇ ਲਈ ਬਹੁਤ ਸਾਰੇ ਸਵਾਲ ਨੇ ਜਿਹੜੇ ਖੜੇ ਹੋ ਰਹੇ ਨੇ, ਜਿਹੜੇ ਸਿੱਖ ਭਾਈਚਾਰੇ ਤੇ ਸਵਾਲ ਖੜੇ ਹੋਏ। ਬੇਸ਼ੱਕ ਸਿੱਖ ਜਥੇਬੰਦੀਆਂ ਨੇ ਇਸ ਦੀ ਨਿੰਦਿਆ, ਪਰ ਸਵਾਲ ਇਹ ਹੈ ਕਿ ਇੱਕ ਦੀ ਗਲਤੀ ਦੇ ਨਾਲ ਸਾਰੇ ਹੀ ਭਾਈਚਾਰੇ ਦਾ ਅਕਸ ਖਰਾਬ ਨਹੀਂ ਹੋਇਆ। ਦੂਸਰਾ ਸਵਾਲ ਕਿ ਕੋਈ ਕਾਨੂੰਨੀ ਰਾਹ ਹੈ ਕਿ ਯੂਕੇ ਦੇ ਵਿੱਚ ਕਿਰਪਾਨ ਤੇ ਪਾਬੰਦੀ ਨੂੰ ਰੁਕਵਾ ਲਿਆ ਜਾਵੇ, ਇਹ ਪਾਬੰਦੀ ਨਾ ਲੱਗੇ। ਇਹ ਸਵਾਲ ਖੜਾ ਹੁੰਦਾ ਕਿ ਵਾਕਿਆ ਹੀ ਪਾਬੰਦੀ ਜੇਕਰ ਯੂਕੇ ਦੇ ਵਿੱਚ ਲੱਗੇਗੀ ਤਾਂ ਉਸ ਤੋਂ ਬਾਅਦ ਕੀ ਬਾਕੀ ਦੇਸ਼ ਅਜਿਹਾ ਨਹੀਂ ਕਰਨਗੇ? ਬਾਕੀ ਦੇਸ਼ਾਂ ਦੇ ਵਿੱਚ ਪਾਬੰਦੀ ਨਹੀਂ ਲੱਗੇਗੀ? ਸਭ ਤੇ ਕਈ ਤਰ੍ਹਾਂ ਦੇ ਸਵਾਲ ਹੈ ਜਿਹੜੇ ਉਹ ਖੜੇ ਹੋ ਰਹੇ ਨੇ। 18 ਸਾਲ ਦਾ ਵਿਦਿਆਰਥੀ ਸੀ ਜਿਸ ਦੀ ਪੂਰੀ ਜ਼ਿੰਦਗੀ ਪਈ ਸੀ, ਇਸ ਨੂੰ 23 ਸਾਲ ਦੇ ਨੌਜਵਾਨ ਨੇ ਗੁੱਸੇ ਅਤੇ ਹਥਿਆਰ ਦੇ ਗਲਤ ਸ਼ੌਂਕ ਨੇ ਖਤਮ ਕਰ ਦਿੱਤਾ। ਇਹ ਮਤਲਬ ਅਸੀਂ ਅੱਜ ਪ੍ਰੋਗਰਾਮ ਇਸ ਲਈ ਨਹੀਂ ਕਰ ਰਹੇ ਕਿ ਅਸੀਂ ਤੁਹਾਨੂੰ ਇੱਕ ਖਬਰ ਦੇ ਦਈਏ, ਬਲਕਿ ਇੱਕ ਸ਼ੀਸ਼ਾ ਵਿਖਾਉਣ ਦੇ ਲਈ, ਇੱਕ ਸੱਚ ਵਿਖਾਉਣ ਦੇ ਲਈ ਅੱਜ ਦਾ ਅਸੀਂ ਪ੍ਰੋਗਰਾਮ ਲੈ ਕੇ ਆਏ ਹਾਂ। ਜਦੋਂ ਅਸੀਂ ਸੁਣਦੇ ਹਾਂ ਕਿ ਦੋਸ਼ੀ ਕੋਲੋਂ ਹਥਿਆਰਾਂ ਦਾ ਵੱਡਾ ਸੰਗ੍ਰਹਿ ਸੀ, ਉਸਦੀ ਮਾਂ ਨੇ ਵੀ ਸਬੂਤ ਮਿਟਾਉਣ ਦੇ ਵਿੱਚ ਮਦਦ ਕੀਤੀ, ਤਾਂ ਸਵਾਲ ਪਰਿਵਾਰਕ ਪਰਵਰਿਸ਼ ਤੇ ਵੀ ਉੱਠਦੇ ਨੇ। ਅਸੀਂ ਆਪਣੇ ਨੌਜਵਾਨਾਂ ਨੂੰ ਹਿੰਸਾ ਦੇ ਰਸਤੇ ਤੇ ਜਾਣ ਤੋਂ ਕਿਵੇਂ ਰੋਕ ਸਕਦੇ ਹਾਂ? ਕਿ ਤਰਬੀਅਤ ਉਸ ਤਰ੍ਹਾਂ ਦੀ ਨਹੀਂ ਹੋਈ? ਮਾਂ ਨੇ ਅਜਿਹਾ ਕਿਉਂ ਕੀਤਾ? ਕਿ ਮਾਤਾ ਨੂੰ ਯੂਕੇ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ, ਕਾਨੂੰਨ ਦੀ ਜਾਣਕਾਰੀ ਨਹੀਂ ਸੀ। ਹੁਣ ਉਸਦੀ ਮਾਂ ਨੂੰ ਵੀ 17 ਜੁਲਾਈ 2026 ਨੂੰ ਸਜ਼ਾ ਸੁਣਾਈ ਜਾਏਗੀ। ਵਿਕਰਮ ਦਿਗਵਾ ਨੂੰ 21 ਸਾਲ ਦੀ ਉਮਰ ਕੈਦ ਹੋ ਚੁੱਕੀ ਹੈ। ਇਹ ਮਿਨੀਮਮ ਸੈਂਟੈਂਸ। ਪਰ ਕੀ ਇਸ ਸਜ਼ਾ ਦੇ ਨਾਲ ਹੈਨਰੀ ਨੋਵਾਕ ਵਾਪਸ ਆ ਜਾਏਗਾ? ਉਸ ਮਾਂ ਨੂੰ ਇਨਸਾਫ ਮਿਲ ਜਾਏਗਾ ਜਿਸ ਦਾ ਪੁੱਤ ਚਲਾ ਗਿਆ? ਇਹ ਨਹੀਂ ਹੈ ਕਿ ਉਹ ਜੀ ਅੰਗਰੇਜ਼ ਸੀ, ਉਹਨਾਂ ਨੂੰ ਦੁੱਖ ਘੱਟ ਹੋਏਗਾ, ਨਹੀਂ।
ਆਪਣੀ ਔਲਾਦ ਦੇ ਜਾਣ ਦਾ, ਆਪਣਿਆਂ ਦੇ ਜਾਣ ਦਾ ਦੁੱਖ ਸਭ ਨੂੰ ਉਨਾ ਹੀ ਹੁੰਦਾ ਹੈ ਜਿੰਨਾ ਕਿਸੇ ਹੋਰ ਕਮਿਊਨਿਟੀ ਨੂੰ ਹੁੰਦਾ ਹੈ। ਇਸ ਕਤਲ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਕਿ ਵਾਕਿਆ ਹੀ ਕਿਰਪਾਨ ਹੈ ਜਿਹੜੀ ਉਹ ਬੈਨ ਹੋਣੀ ਚਾਹੀਦੀ ਹੈ। ਤੇ ਜੇਕਰ ਯੂਕੇ ਦੇ ਵਿੱਚ ਕਿਰਪਾਨ ਬੈਨ ਹੁੰਦੀ ਹੈ ਤਾਂ ਫਿਰ ਬਾਕੀ ਕੰਟਰੀਜ਼ ਦੇ ਵਿੱਚ ਵੀ ਕੀ ਬੈਨ ਹੋ ਜਾਣੀ ਚਾਹੀਦੀ ਕਿ ਵਾਕਿਆ ਹੀ ਇੱਕ ਵਿਅਕਤੀ ਦੀ ਗਲਤੀ ਲਈ ਸਾਰੇ ਸਿੱਖ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਦੀਆਂ ਗਾਲਾਂ ਪੂਰੇ ਸਿੱਖ ਭਾਈਚਾਰੇ ਨੂੰ ਸੋਸ਼ਲ ਮੀਡੀਆ ਤੇ ਦਿੱਤੀਆਂ ਗਈਆਂ, ਕਿ ਉਹ ਸਹੀ ਸੀ ਜਾਂ ਫਿਰ ਉਹ ਗਲਤ ਸੀ? ਕਿ ਉਹਨਾਂ ਗਾਲਾਂ ਦੇਣ ਵਾਲੇ ਲੋਕਾਂ ਤੇ ਵੀ ਉੱਥੋਂ ਦੀ ਸਰਕਾਰ ਨੇ ਕੋਈ ਕਾਰਵਾਈ ਕੀਤੀ? ਕਿਉਂਕਿ ਜਿਨ੍ਹਾਂ ਲੋਕਾਂ ਦੀ ਗਲਤੀ ਹੀ ਨਹੀਂ ਸੀ ਉਹਨਾਂ ਨੂੰ ਅਬਿਊਜ਼ ਕਿਉਂ ਕੀਤਾ? ਅਕਸਰ ਅਸੀਂ ਦੇਖਦੇ ਹਾਂ ਕਿ ਕਾਰਾ ਇੱਕ ਜਣਾ ਕਰਦਾ ਹੈ ਔਰ ਟਾਰਗੇਟ ਅਸੀਂ ਉਸ ਤਰ੍ਹਾਂ ਦੇ ਸਾਰੇ ਲੋਕਾਂ ਨੂੰ ਹੀ ਕਰ ਲੈਂਦੇ ਹਾਂ। ਆਪਣੇ ਜੇਕਰ ਪੰਜਾਬ ਦੀ ਹੀ ਗੱਲ ਕਰੀਏ, ਜੇਕਰ ਕੋਈ ਪ੍ਰਵਾਸੀ ਤੇ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਹੈ ਤਾਂ ਸਾਡੀ ਨਜ਼ਰ ਦੇ ਵਿੱਚ ਸਾਰੇ ਹੀ ਪ੍ਰਵਾਸੀ ਗਲਤ ਹੁੰਦੇ। ਅਸੀਂ ਕਹਿ ਦਿੰਦੇ ਹਾਂ ਕਿ ਸਾਰੇ ਪ੍ਰਵਾਸੀ ਸਾਡਾ ਪੰਜਾਬ ਛੱਡ ਕੇ ਜਾਓ। ਸੇਮ ਪੰਜਾਬੀਆਂ ਦੇ ਨਾਲ ਯੂਕੇ ਦੇ ਵਿੱਚ ਹੈ, ਕੈਨੇਡਾ ਦੇ ਵਿੱਚ ਹੈ, ਅਮਰੀਕਾ ਦੇ ਵਿੱਚ ਹੈ, ਨਿਊਜ਼ੀਲੈਂਡ 'ਚ, ਆਸਟ੍ਰੇਲੀਆ ਦੇ ਵਿੱਚ ਹੈ, ਕਿਉਂਕਿ ਸਾਡੇ ਲੋਕ ਵੀ ਉੱਥੇ ਪ੍ਰਵਾਸੀ ਹੀ ਹਨ। ਜਿਸ ਤਰ੍ਹਾਂ ਸਾਨੂੰ ਦੂਸਰੀ ਸਟੇਟ ਦੇ ਕਲਚਰ ਦੇ ਬਾਰੇ ਬਹੁਤਾ ਨਹੀਂ ਪਤਾ ਹੁੰਦਾ, ਉਸੇ ਤਰ੍ਹਾਂ ਸਾਡੇ ਕਲਚਰ ਦੇ ਬਾਰੇ ਵਿਦੇਸ਼ਾਂ 'ਚ ਵੀ ਬਹੁਤ ਘੱਟ ਪਤਾ ਹੋਵੇਗਾ। ਠੀਕ ਹੈ, ਅਦਾਲਤ ਨੇ ਸਜ਼ਾ ਸੁਣਾਈ, ਆਪਣਾ ਕੰਮ ਕੀਤਾ। ਹੁਣ ਸਵਾਲ ਇਹ ਨਹੀਂ, ਅਸੀਂ ਇਹ ਨਹੀਂ ਕਹਿੰਦੇ ਕਿ ਵਿਕਰਮ ਦਿਗਵਾ ਸਹੀ ਹੈ, ਬਿਲਕੁਲ ਗਲਤ ਹੈ। ਉਸਨੇ ਇੱਕ 18 ਸਾਲ ਦੇ ਬੱਚੇ ਨੂੰ ਕਤਲ ਕਰ ਦਿੱਤਾ। ਸਵਾਲ ਇਹ ਹੈ ਕਿ ਵਾਕਿਆ ਹੀ ਇੱਕ ਬੰਦੇ ਦੇ ਕਾਰੇ ਨੇ ਪੂਰੇ ਭਾਈਚਾਰੇ ਨੂੰ ਬਦਨਾਮ ਕਰ ਦਿੱਤਾ, ਪੂਰੇ ਭਾਈਚਾਰੇ ਦੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ। ਕਿ ਵਾਕਿਆ ਹੀ ਕਿਰਪਾਨ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ ਜਾਂ ਫਿਰ ਪਾਬੰਦੀ ਨਹੀਂ ਲੱਗਣੀ ਚਾਹੀਦੀ? ਇਹ ਸਵਾਲ ਖੜਾ ਹੁੰਦਾ ਹੈ। ਹੁਣ ਕੀ ਸਾਡੇ ਦਰਸ਼ਕ ਇਸ ਦੇ ਹੱਕ ਦੇ ਵਿੱਚ ਨੇ ਕਿ ਕਿਰਪਾਨ ਤੇ ਪਾਬੰਦੀ ਲੱਗ ਜਾਏ, ਜਾਂ ਸਾਡੇ ਦਰਸ਼ਕ ਇਸ ਦੇ ਵਿਰੋਧ ਦੇ ਵਿੱਚ ਨੇ ਕਿ ਕਿਰਪਾਨ ਤੇ ਪਾਬੰਦੀ ਨਾ ਲੱਗੇ? ਕਿ ਵਾਕਿਆ ਹੀ ਜੇਕਰ ਬ੍ਰਿਟੇਨ ਦੇ ਵਿੱਚ ਸੱਜੇ ਪੱਖੀਆਂ ਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਿਰਪਾਨ ਤੇ ਪਾਬੰਦੀ ਲਾ ਦੇ, ਤਾਂ ਕਿ ਉੱਥੇ ਕੁਝ ਲੋਕ ਅਜਿਹਾ ਨਹੀਂ ਹਨ ਜਿਹੜੇ ਸਿੱਖਾਂ ਦਾ ਸਾਥ ਵੀ ਦਿੰਦੇ ਹੋਣ? ਕਈ ਲੋਕ ਅਜਿਹੇ ਹੋਣਗੇ, ਜ਼ਰੂਰ ਹੋਣਗੇ, ਜਿਹੜੇ ਸਿੱਖਾਂ ਦਾ ਸਾਥ ਦਿੰਦੇ ਹੋਣਗੇ। ਯੂਕੇ ਦੇ ਵਿੱਚ ਕਿਰਪਾਨ ਤੇ ਬੈਨ ਦੀ ਮੰਗ ਦਾ ਮਾਮਲਾ ਹੈ। ਇੱਕ ਲਈ ਸਾਰੇ ਭਾਈਚਾਰੇ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਜਥੇਬੰਦੀਆਂ ਦਾ ਕਹਿਣਾ ਹੈ। ਨੌਜਵਾਨ ਕਤਲ ਕੇਸ ਦੇ ਵਿੱਚ ਵਿਕਰਮ ਦਿਗਵਾ ਦੋਸ਼ੀ ਕਰਾਰ ਦਿੱਤਾ ਗਿਆ। ਤੇਜ਼ਧਾਰ ਹਥਿਆਰ ਦੇ ਨਾਲ ਹੈਨਨੌਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਦਿਨ ਦੀ ਸੀਸੀਟੀਵੀ ਸਾਹਮਣੇ ਆਈ ਤਾਂ ਇਸ ਸੀਸੀਟੀਵੀ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਸਿੱਖ ਜਗਤ ਨੂੰ ਵੱਡਾ ਝਟਕਾ ਯੂਕੇ ਦੇ ਵਿੱਚ ਲੱਗਿਆ। ਸਾਰੇ ਹੀ ਸਿੱਖਾਂ ਨੂੰ ਗੋਰਿਆਂ ਨੇ ਟਾਰਗੇਟ ਕੀਤਾ, ਸਾਰੇ ਹੀ ਸਿੱਖਾਂ ਨੂੰ ਸੋਸ਼ਲ ਮੀਡੀਆ ਤੇ ਗਾਲਾਂ ਦਾ ਮੀਂਹ ਵਰਾ ਦਿੱਤਾ। ਇਸ ਘਟਨਾ ਦੇ ਮੱਦੇਨਜ਼ਰ ਕਈ ਸਿੱਖਾਂ ਨੂੰ ਆਪਣੇ ਕੰਮਕਾਰ ਤੋਂ ਵੀ ਹੱਥ ਧੋਣੇ। ਅਜਿਹਾ ਸਿੱਖਾਂ ਦੇ ਨਾਲ ਯੂਕੇ ਦੇ ਵਿੱਚ ਹੋਇਆ, ਯੂਨਾਈਟਿਡ ਕਿੰਗਡਮ ਦੇ ਵਿੱਚ। ਪਰ ਕੀ ਇੱਕ ਵਿਅਕਤੀ ਦੀ ਗਲਤੀ ਦੇ ਲਈ ਸਾਰੇ ਭਾਈਚਾਰੇ ਨੂੰ ਟਾਰਗੇਟ ਕੀਤਾ ਜਾਊਗਾ? ਕਿ ਵਾਕਿਆ ਹੀ ਕਿਰਪਾਨ ਤੇ ਬੈਨ ਲੱਗ ਜਾਣਾ ਚਾਹੀਦਾ ਹੈ? ਜਾਂ ਫਿਰ ਜੇਕਰ ਕਿਰਪਾਨ ਤੇ ਬੈਨ ਲੱਗਦਾ ਹੈ, ਕਕਾਰਾਂ ਤੇ ਬੈਨ ਲੱਗਦਾ ਹੈ, ਤਾਂ ਵਿਦੇਸ਼ਾਂ ਦੇ ਵਿੱਚ ਕਿਸੇ ਸਿੱਖ ਨੂੰ ਕੋਈ ਫਰਕ ਪੈਂਦਾ ਹੀ? ਜਾਂ ਫਿਰ ਕੋਈ ਕਾਨੂੰਨੀ ਰਾਹ ਬਚਿਆ ਹੈ ਜਿਸ ਦਾ ਸਹਾਰਾ ਸਿੱਖ ਯੂਕੇ ਦੇ ਵਿੱਚ ਲੈ ਸਕਦੇ? ਜੇਕਰ ਤੁਹਾਡੇ ਕੋਲ ਇਹਨਾਂ तमाम ਸਵਾਲਾਂ ਦੇ ਜਵਾਬ ਨਹੀਂ ਤਾਂ ਤੁਸੀਂ ਉਹਨਾਂ ਜਵਾਬਾਂ ਨੂੰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਤੁਸੀਂ ਦੱਸ ਸਕਦੇ ਹੋ ਕਿ ਵਾਕਿਆ ਹੀ ਇਹ ਚਾਰਾ ਹੈ ਜਿਹੜਾ ਬਚਦਾ ਹੈ, ਇਹ ਚਾਰਾ ਜੋਈ ਕੀਤੀ ਜਾ ਸਕਦੀ ਹੈ, ਕਿਰਪਾਨ ਤੇ ਪਾਬੰਦੀ ਨਹੀਂ ਲੱਗੀ। ਇੱਕ ਪਾਸੇ ਜਿੱਥੇ ਅਸੀਂ ਆਪਣੇ ਪੰਜਾਬ ਦੇ ਵਿੱਚ ਖੁੱਲ੍ਹੇਆਮ ਘੁੰਮਦੇ, ਹਾਲਾਂਕਿ ਸਾਡੇ ਆਪਣੇ ਦੇਸ਼ ਦੇ ਵਿੱਚ ਵੀ ਕਈ ਹੋਰ ਸਟੇਟਸ ਦੇ ਵਿੱਚ ਕਿਰਪਾਨ ਨੂੰ ਲੈ ਕੇ ਕਈ ਵਾਰ ਝਗੜੇ ਹੋਏ, ਉੱਥੇ ਵੀ ਸਮਝਾਉਣਾ ਪੈਂਦਾ ਹੈ। ਇਹ ਤਾਂ ਦੇਸ਼ ਹੈ, ਯੂਨਾਈਟਿਡ ਕਿੰਗਡਮ ਹੈ, ਇੱਥੇ ਤੁਸੀਂ ਕਿਵੇਂ ਸਮਝਾਓਗੇ? ਤੁਹਾਡੇ ਕੋਲ ਰਸਤਾ ਕਿਹੜਾ ਹੈ? ਇਹ ਕੋਈ ਕਾਨੂੰਨੀ ਦਾਅ ਪੇਚ ਬਚਦਾ ਹੈ ਜਾਂ ਫਿਰ ਕੋਈ ਕਾਨੂੰਨੀ ਦਾਅ ਪੇਚ ਨਹੀਂ ਬਚਿਆ ਹੈ? ਹੁਣ ਜਿਹੜਾ ਬਿਆਨ ਹੈ ਉਹ ਲੱਗ ਕੇ ਰਹੇਗਾ ਕਿ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਯੂਕੇ ਦੇ ਵਿੱਚ ਨਹੀਂ ਹੋਵੇਗੀ।
ਧਾਰਮਿਕ ਆਜ਼ਾਦੀ ਸਿੱਖਾਂ ਤੋਂ ਖੋਹ ਲਈ ਜਾਵੇ ਕਿ ਸਿੱਖ ਧਾਰਮਿਕ ਆਜ਼ਾਦੀ ਖੋਏ ਜਾਣ ਤੋਂ ਬਾਅਦ ਵੀ ਉੱਥੇ ਹੀ ਬੈਠੇ ਰਹਿਣਗੇ, ਜਾਂ ਫਿਰ ਯੂਕੇ ਛੱਡ ਕੇ ਕਿਸੇ ਹੋਰ ਕੰਟਰੀ ਨੂੰ ਚਲੇ ਜਾਣਗੇ ਜਾਂ ਮੁਲਕ ਵਾਪਸੀ ਕਰ ਲੈਣ। ਇਸ ਸਵਾਲ ਦੀ ਅੱਜ ਦਾ ਮੁੱਦਾ ਕਤਲ ਕਾਨੂੰਨ ਅਤੇ ਕਿਰਪਾਨ ਦੇ ਨਾਲ ਜੁੜਿਆ ਹੋਇਆ ਹੈ। ਕਤਲ ਤੇ ਗੁੱਸੇ ਚ ਰੋਕ, ਕਿਰਪਾਨ ਤੇ ਰੋਕ। ਕੀ ਕਿਰਪਾਨ ਤੇ ਰੋਕ ਸਹੀ? ਪਾਬੰਦੀ ਦੀ ਵਕਾਲਤ ਕਈ ਜਿਹੜੇ ਹੈਗੇ ਪਾਰਟੀ, ਸਿਆਸੀ ਪਾਰਟੀਆਂ ਨੇ ਵਕਾਲਤ ਕੀਤੀ ਹੈ ਤੇ ਸਿੱਖਾਂ ਨੇ ਇਸ ਦੀ ਮੁਖਾਲਫਤ ਕੀਤੀ। ਇੱਕ ਸ਼ਖਸ ਦਾ ਕਾਰਾ ਨਿਸ਼ਾਨੇ ਤੇ ਭਾਈਚਾਰਾ। ਇੱਕ ਸ਼ਖਸ ਨੇ ਆਪਣਾ ਕਾਂਡ ਕਰ ਦਿੱਤਾ ਪਰ ਨਿਸ਼ਾਨੇ ਤੇ ਭਾਈਚਾਰਾ ਆ ਗਿਆ। ਚਰਚਾ ਚ ਕਕਾਰ ਘਟਨਾ ਦੇ ਕਿੱਥੇ ਜੁੜੇ ਤਾਰ। ਇਸ ਆਪਣੇ ਹੀ ਕਕਾਰ ਪਹਿਨਣ ਤੇ ਪਾਬੰਦੀ ਹੋਏਗੀ ਕਿ ਸਿੱਖ ਹੁਣ ਯੂਕੇ ਦੇ ਵਿੱਚ ਆਪਣੇ ਧਾਰਮਿਕ ਚਿੰਨ੍ਹ ਨਹੀਂ ਪਹਿਨ ਸਕਦੇ। ਇਹ ਸਾਡਾ ਸਵਾਲ ਹੈ। ਇਹ ਮਸਲਾ ਕਿੱਥੋਂ ਤੱਕ ਪਹੁੰਚਿਆ ਇਹ ਵੀ ਅਸੀਂ ਤੁਹਾਨੂੰ ਦੱਸ ਦਿੱਤਾ ਹੈ। ਇਹ ਘਟਨਾ ਕਿਵੇਂ ਵਾਪਰੀ ਇਹ ਵੀ ਅਸੀਂ ਤੁਹਾਨੂੰ ਦੱਸ ਦਿੱਤਾ ਹੈ। ਕਿਵੇਂ ਸੜਕਾਂ ਤੇ ਇੱਕ ਬੱਚੇ ਨੇ ਆਪਣਾ ਦਮ ਤੋੜਿਆ ਇਹ ਅਸੀਂ ਤੁਹਾਨੂੰ ਵਾਰ-ਵਾਰ ਤਸਵੀਰਾਂ ਦੇ ਜ਼ਰੀਏ ਦਿਖਾ ਰਹੇ ਹਾਂ। ਉੱਥੇ ਦੀ ਪੁਲਿਸ ਦੇ ਵੱਲੋਂ ਪਬਲਿਕਲੀ ਮਾਫੀ ਮੰਗੀ ਗਈ ਕਿ ਉਹ ਉਸ ਨੂੰ ਬਚਾ ਨਹੀਂ ਸਕੇ, ਇਸ ਲਈ ਉਹ ਮਾਫੀ ਮੰਗੀ। ਕਿ ਵਾਕਿਆ ਹੀ ਹੁਣ ਸਿੱਖ ਜਥੇਬੰਦੀਆਂ ਦਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਰਪਾਨ ਤੇ ਪਾਬੰਦੀ ਨਾ ਲੱਗੇ। ਇਸ ਦੀ ਵਕਾਲਤ ਕਿਵੇਂ ਕੀਤੀ ਜਾਏਗੀ? ਯੂਨਾਈਟਿਡ ਕਿੰਗਡਮ ਵਿੱਚ ਕਿਵੇਂ ਪਾਬੰਦੀ ਨੂੰ ਰੁਕਵਾਇਆ ਜਾ ਸਕਦਾ ਹੈ? ਕਿ ਕੋਈ ਕਾਨੂੰਨੀ ਚਾਰਾਜੋਈ, ਕਾਨੂੰਨੀ ਲੂਪਹੋਲ ਬਚਿਆ ਹੈ ਸਿੱਖ ਭਾਈਚਾਰੇ ਦੇ ਕੋਲ ਜਾਂ ਫਿਰ ਨਹੀਂ ਬਚਿਆ? ਇਹ ਸਾਡੇ ਅੱਜ ਦੇ ਸਵਾਲ। ਕਤਲ ਕਾਨੂੰਨ ਤੇ ਕਿਰਪਾਨ। ਯੂਕੇ ਦੇ ਵਿੱਚ ਕਿਰਪਾਨ ਦੀ ਬੈਨ ਦੇ ਉੱਠੀ ਮੰਗ ਦਾ ਮਸਲਾ ਭਖਿਆ ਹੈ। ਇੱਕ ਲਈ ਸਾਰਿਆਂ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਜਥੇਬੰਦੀਆਂ ਦਾ ਕਹਿਣਾ ਹੈ। ਨੌਜਵਾਨ ਕਤਲ ਕੇਸ ਚ ਵਿਕਰਮ ਸਿੰਘ ਦਿਗਵਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਉਸ ਨੂੰ 21 ਸਾਲ ਦੀ ਜਿਹੜੀ ਲਾਈਫ ਸੈਂਟੈਂਸ ਹੈ ਉਹ ਦਿੱਤੀ ਗਈ। ਉਸ ਦੀ ਮਾਂ ਨੂੰ 17 ਜੁਲਾਈ 2026 ਨੂੰ ਸਜ਼ਾ ਸੁਣਾਈ ਜਾਏਗੀ। ਉਸ ਦੀ ਮਾਂ ਨੂੰ ਇਸ ਲਈ ਸਜ਼ਾ ਸੁਣਾਈ ਜਾਏਗੀ ਕਿਉਂਕਿ ਉਸਨੇ ਅਪਰਾਧੀ ਦੀ ਮਦਦ ਕੀਤੀ ਹੈ। ਇਸ ਲਈ ਇਸ ਦੀ ਮਾਂ ਵੀ ਦੋਸ਼ੀ ਕਰਾਰ ਪਾਈ ਗਈ ਹੈ। ਉਸ ਸਿਆਸੀ ਧਿਰਾਂ ਨੇ ਕਿਰਪਾਨ ਤੇ ਪਾਬੰਦੀ ਦੀ ਮੰਗ ਕੀਤੀ ਹੈ, ਜਦਕਿ ਸਿੱਖ ਜਥੇਬੰਦੀਆਂ ਇਸ ਪਾਬੰਦੀ ਦੀ ਮੰਗ ਦਾ ਵਿਰੋਧ ਕਰਦੀਆਂ। ਹੁਣ ਸਵਾਲ ਕਿ ਵਾਕਿਆ ਹੀ ਯੂਕੇ ਦੇ ਵਿੱਚ ਕਿਰਪਾਨ ਪਹਿਨਣ ਤੇ ਪਾਬੰਦੀ ਲੱਗੇਗੀ, ਭਾਵ ਤੁਸੀਂ ਸ੍ਰੀ ਸਾਹਿਬ ਨਹੀਂ ਪਹਿਨ ਸਕੋਗੇ। ਜੇਕਰ ਪਾਬੰਦੀ ਲੱਗਦੀ ਹੈ, ਜਿਹੜੇ ਕਕਾਰ ਸਾਨੂੰ ਗੁਰੂ ਸਾਹਿਬਾਨਾਂ ਨੇ ਬਖਸ਼ੇ ਨੇ ਉਹ ਤੁਸੀਂ ਯੂਕੇ ਦੇ ਵਿੱਚ ਨਹੀਂ ਪਹਿਨ ਸਕੋਗੇ। ਇੱਕ ਬੰਦੇ ਦੀ ਗਲਤੀ ਨੇ, ਇੱਕ ਬੰਦੇ ਦੇ ਗੁੱਸੇ ਨੇ ਸਾਰੇ ਹੀ ਭਾਈਚਾਰੇ ਨੂੰ ਟਾਰਗੇਟ ਕਰਵਾ ਦਿੱਤਾ। ਸਾਰੇ ਹੀ ਭਾਈਚਾਰੇ ਦੇ ਲੋਕ ਨੇ ਜਿਹੜੇ ਪੁਲਿਸ ਦੇ ਉਥੋਂ ਦੇ ਸਥਾਨਕ ਲੋਕਾਂ ਦੇ ਨਿਸ਼ਾਨੇ ਤੇ ਆ ਗਏ। ਕਿ ਵਾਕਿਆ ਹੀ ਹੈਨਰੀ ਦੇ ਕਤਲ ਦੇ ਵਿੱਚ ਜੋ ਸਜ਼ਾ ਵਿਕਰਮ ਦਿਗਵਾ ਨੂੰ ਮਿਲੀ ਸਹੀ। ਹਾਲਾਂਕਿ ਵਿਕਰਮ ਦਿਗਵਾ ਨੇ ਕਿਹਾ ਕਿ ਉਸਨੇ ਸੈਲਫ ਡਿਫੈਂਸ ਦੇ ਵਿੱਚ ਜਾ ਕੀਤਾ, ਪਰ ਉਹ ਇੱਥੇ ਵੀ ਗਲਤ ਪਾਇਆ ਗਿਆ। ਉਸਨੇ ਅਦਾਲਤ ਵਿੱਚ ਝੂਠ ਬੋਲਿਆ ਪਰ ਉਸਨੇ ਸੈਲਫ ਡਿਫੈਂਸ ਦੇ ਵਿੱਚ ਨਹੀਂ, ਉਸਨੇ ਗੁੱਸੇ ਦੇ ਵਿੱਚ ਅਜਿਹਾ ਕੀਤਾ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਤੇ ਪਾਦਸਤੂਰ ਹੁੰਦਾ ਜਾ ਰਹੀ ਹੈ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਨੇ, ਸਾਡੀਆਂ ਫੋਨ ਲਾਈਨਸ ਖੁੱਲ ਚੁੱਕੀ ਹਨ। ਇਹਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਆਪਣੀ ਰਾਏ ਦੇ ਸਕਦੇ। ਹੁਣ ਸਵਾਲਾਂ ਦੀ ਵਾਰੀ ਹੈ ਤੇ ਅਦਾਲਤ ਨੇ ਵਿਕਰਮ ਦਿਗਵਾ ਨੂੰ ਘੱਟੋ ਘੱਟ 21 ਸਾਲ ਕੈਦ ਦੀ ਸਜ਼ਾ ਸੁਣਾਈ। ਕਿ ਤੁਹਾਡੇ ਮੁਤਾਬਕ ਇਹ ਸਜ਼ਾ ਖੌਫਨਾਕ ਜੁਰਮ ਦੇ ਲਈ ਬਿਲਕੁਲ ਸਹੀ ਹੈ ਜਾਂ ਸਜ਼ਾ ਇਸ ਤੋਂ ਵੀ ਸਖਤ ਹੋਣੀ ਚਾਹੀਦੀ ਸੀ? ਯੂਕੇ ਦੇ ਵਿੱਚ ਵੱਧ ਰਹੀ ਨਾਈਫ ਕ੍ਰਾਈਮ ਨੂੰ ਰੋਕਣ ਲਈ ਕਿ ਉਥੋਂ ਦੀ ਸਰਕਾਰ ਨੂੰ ਕਾਨੂੰਨਾਂ ਦੇ ਵਿੱਚ ਕੋਈ ਵੱਡਾ ਬਦਲਾਅ ਕਰਨ ਦੀ ਲੋੜ ਹੈ। ਤੁਸੀਂ ਇਸ ਤੇ ਕੀ ਸਲਾਹ ਦਿਓ? ਤੁਹਾਡਾ ਇਸ ਸਭ ਤੇ ਕੀ ਕਹਿਣਾ ਹੈ? ਜੇਕਰ ਤੁਸੀਂ ਇਸ ਪੂਰੇ ਮਾਮਲੇ ਨੂੰ ਦੇਖਿਆ ਹੈ ਤਾਂ ਤੁਹਾਡੇ ਮੁਤਾਬਕ ਇਸ ਦੁਖਾਂਤ ਦਾ ਸਭ ਤੋਂ ਵੱਡਾ ਕਾਰਨ ਕੀ ਸੀ? ਗੁੱਸਾ, ਹਥਿਆਰਾਂ ਦਾ ਗਲਤ ਸ਼ੌਂਕ ਜਾਂ ਪਰਿਵਾਰ ਦੀ ਸ਼ੈ? ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੁਹਾਡੇ ਮੁਤਾਬਕ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਹੋਣ ਤੋਂ ਰੋਕਣ ਦੇ ਲਈ ਸਭ ਤੋਂ ਪਹਿਲਾ ਕਦਮ ਕੀ ਹੋਣਾ ਚਾਹੀਦਾ ਹੈ? ਤੁਸੀਂ ਆਪਣੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਕੀ ਵਾਕਿਆ ਹੀ ਕਿਰਪਾਨ ਤੇ ਪਾਬੰਦੀ ਲੱਗ ਜਾਣੀ ਚਾਹੀਦੀ ਹੈ? ਤੁਸੀਂ ਸਾਡੇ ਨਾਲ ਆਪਣੀ ਰਾਏ ਸਾਂਝੀ ਕਰ ਸਕਦੇ ਹੋ। ਕੀ ਤੁਹਾਨੂੰ ਲੱਗਦਾ ਕਿ ਵਿਦੇਸ਼ਾਂ ਦੇ ਵਿੱਚ ਬੱਚਿਆਂ ਨੂੰ ਖੁੱਲ੍ਹ ਦੇਣ ਦੇ ਨਾਲ ਉਹਨਾਂ ਦੀ ਸੰਗਤ ਤੇ ਹਰਕਤਾਂ ਤੇ ਨਜ਼ਰ ਰੱਖਣਾ ਮਾਪਿਆਂ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ? ਕਿ ਵਾਕਿਆ ਹੀ ਇਸ ਕੇਸ ਦੇ ਵਿੱਚ ਵੀ ਮਾਪਿਆਂ ਦੀ ਗਲਤੀ ਮੰਨੀ ਜਾਵੇ ਜੋ ਵਿਕਰਮ ਸਿੰਘ ਦਿਗਵਾ ਨੇ ਕੀਤਾ ਹੈ? ਇੱਕ ਵਿਅਕਤੀ ਨੂੰ ਕਤਲ ਕਰ ਦਿੱਤਾ, ਇੱਕ ਬੱਚੇ ਨੂੰ ਕਤਲ ਕਰ ਦਿੱਤਾ। ਇਸ ਕੇਸ ਦੇ ਵਿੱਚ ਦੋਸ਼ੀ ਦੀ ਮਾਂ ਕਿਰਨਜੀਤ ਕੌਰ ਵੀ ਸਬੂਤ ਮਿਟਾਉਣ ਦੇ ਲਈ ਦੋਸ਼ੀ ਪਾਈ ਗਈ ਹੈ। ਜੇਕਰ ਮਾਪੇ ਹੀ ਬੱਚਿਆਂ ਦੇ ਗੁਨਾਹਾਂ ਨੂੰ ਲੁਕਾਉਣ ਲੱਗ ਜਾਣ
ਤਾਂ ਅਸੀਂ ਨਵੀਂ ਪੀੜ੍ਹੀ ਨੂੰ ਜ਼ੁਲਮ ਦੇ ਰਾਹ ਤੇ ਪੈਣ ਤੋਂ ਕਿਵੇਂ ਰੋਕਾਂਗੇ? ਇਹ ਸਵਾਲ ਖੜਾ ਹੁੰਦਾ ਹੈ। ਸਿੱਖ ਜਥੇਬੰਦੀਆਂ ਨੇ ਬੇਸ਼ੱਕ ਇਸ ਕਤਲ ਦੀ ਨਿੰਦਿਆ ਕੀਤੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਬਿਆਨ ਵਿਦੇਸ਼ੀ ਮੀਡੀਆ ਦੇ ਉੱਥੋਂ ਦੇ ਸਥਾਨਕ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚ ਸਕਿਆ ਹੈ? ਕਿ ਵਾਕਿਆ ਹੀ ਇਹ ਬਿਆਨ ਉੱਥੋਂ ਦੇ ਲੋਕਲ ਲੋਕਾਂ ਤੱਕ, ਉੱਥੋਂ ਦੇ ਮੂਲ ਰੂਪ ਦੇ ਰੈਸੀਡੈਂਟਸ ਤੱਕ ਪਹੁੰਚਿਆ ਸਹੀ ਤਰੀਕੇ ਦੇ ਨਾਲ, ਜਾਂ ਫਿਰ ਨਹੀਂ ਪਹੁੰਚਿਆ? ਸਾਰੇ ਹੀ ਸਿੱਖਾਂ ਨੂੰ ਇਸ ਦੇ ਲਈ ਮੰਨ ਰਹੇ ਨੇ, ਇਹ ਸਾਰੇ ਹੀ ਗਿਲਟੀ ਨੇ, ਇਹ ਸਾਰੇ ਇੱਕੋ ਜਿਹੇ ਨੇ। ਵਿਕਰਮ ਨੇ ਜਿਸ ਤਰ੍ਹਾਂ ਹਮਲੇ ਲਈ ਵਰਤੇ ਚਾਕੂ ਨੂੰ ਕਿਰਪਾਨ ਆਖਿਆ ਕਿ ਅਜਿਹੀਆਂ ਕਰਤੂਤਾਂ ਦੇ ਕਾਰਨ ਵਿਦੇਸ਼ਾਂ ਦੇ ਵਿੱਚ ਸਾਡੇ ਪਵਿੱਤਰ ਧਾਰਮਿਕ ਚਿੰਨ੍ਹਾਂ ਦੇ ਅਕਸਰ ਨੁਕਸਾਨ ਪਹੁੰਚਦਾ ਹੈ। ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਕਿਉਂਕਿ ਉਹ ਕਿਰਪਾਨ ਸੀ ਹੀ ਨਹੀਂ, ਉਹ ਇੱਕ ਖੰਜਰ ਸੀ ਜੋ ਉਸਨੇ ਮਾਰਿਆ। ਪਰ ਉਸ ਤੋਂ ਬਾਅਦ ਕਿਰਪਾਨ ਤੇ ਪਾਬੰਦੀ ਲਾਉਣ ਦੀ ਮੰਗ ਉੱਠੀ ਹੈ, ਕਿਉਂਕਿ ਕਿਰਪਾਨ ਸਾਡੇ ਕਕਾਰਾਂ ਦੇ ਵਿੱਚ ਹੈ। ਉਹ ਸਿੱਖ ਧਰਮ ਨਾਲ ਜੁੜੇ ਹੋਏ ਲੋਕ ਕਿਰਪਾਨ ਪਹਿਨ ਕੇ ਹੀ ਰੱਖਦੇ, ਕਿਉਂਕਿ 5 ਕਕਾਰਾਂ ਦੇ ਵਿੱਚ ਇੱਕ ਕਕਾਰ ਸ੍ਰੀ ਸਾਹਿਬ ਜਾਂ ਵੱਡੀ ਕਿਰਪਾਨ ਰੱਖਣਾ, ਜਿਨ੍ਹਾਂ ਲੋਕਾਂ ਨੇ ਅੰਮ੍ਰਿਤਪਾਨ ਕੀਤਾ। ਪਰ ਹੁਣ ਯੂਕੇ ਦੇ ਵਿੱਚ ਇਸੇ ਤੇ ਪਾਬੰਦੀ ਦੀ ਉੱਠੀ ਮੰਗ ਨੇ ਕਈ ਸਵਾਲ ਖੜੇ ਕੀਤੇ ਕਿ ਵਾਕਿਆ ਹੀ ਇਹ ਮੰਗ ਜਾਇਜ਼ ਹੈ ਜਾਂ ਇਹ ਮੰਗ ਹੀ ਗਲਤ ਹੈ। ਦੂਜਾ ਸਵਾਲ, ਕਿ ਵਾਕਿਆ ਹੀ ਪਾਬੰਦੀ ਲੱਗੇਗੀ? ਤੀਸਰਾ ਸਵਾਲ, ਕਿ ਸਿੱਖਾਂ ਦੇ ਕੋਲ ਕੋਈ ਵਿਕਲਪ ਬਚਦਾ ਹੈ? ਚੌਥਾ ਸਵਾਲ, ਜੋ ਹੈਨਰੀ ਦਿਗਵਾ ਨੇ ਕਿਹਾ ਕਿ ਚਾਕੂ ਨਹੀਂ ਕਿਰਪਾਨ ਹੈ, ਉਸਨੂੰ ਤੁਸੀਂ ਕਿਸ ਹਿਸਾਬ ਦੇ ਨਾਲ? ਹੈਨਰੀ ਦਿਗਵਾ ਨੂੰ ਜੋ ਸਜ਼ਾ ਦਿੱਤੀ ਗਈ, ਮਾਫ ਕਰਨਾ, ਜੋ ਦਿਗਵਾ ਨੂੰ, ਵਿਕਰਮ ਸਿੰਘ ਦਿਗਵਾ ਨੂੰ ਜੋ ਸਜ਼ਾ ਦਿੱਤੀ ਗਈ ਹੈ, ਉਹ ਤੁਹਾਡੀ ਨਜ਼ਰ 'ਚ ਕਿੰਨੀ ਕੁ ਸਹੀ ਹੈ ਔਰ ਕਿੰਨੀ ਕੁ ਗਲਤ ਹੈ? ਕਿ ਵਾਕਿਆ ਉਹ ਸਜ਼ਾ ਠੀਕ ਸੀ ਜਾਂ ਉਸ ਤੋਂ ਬਾਅਦ ਸਖਤ ਸਜ਼ਾ ਦੇਣੀ ਚਾਹੀਦੀ ਸੀ? ਕਿ ਉਸ ਮਾਂ ਨੂੰ ਇਨਸਾਫ ਮਿਲਿਆ ਜਿਸ ਦਾ ਪੁੱਤ ਸੜਕ ਤੇ ਮਰ ਗਿਆ, 18 ਸਾਲ ਦਾ ਬੱਚਾ ਮਰ, ਜਿਸਨੂੰ 5 ਵਾਰ ਚਾਕੂ ਮਾਰਿਆ ਗਿਆ ਅਤੇ ਉਸ ਬੱਚੇ ਨੇ ਸੜਕ ਤੇ ਹੀ ਦਮ ਤੋੜ? ਕਿ ਪੁਲਿਸ ਦੀਆਂ ਕਾਰਵਾਈਆਂ ਸਹੀ ਸੀ ਜਿਸਨੇ ਬੇਹੋਸ਼ ਪਏ ਹੈਨਰੀ ਨੋਵਾਕ ਨੂੰ ਹੀ ਹੱਥ ਕੜੀਆਂ ਲਾ ਤੇ ਦਿਗਵਾ ਨੇ ਕਹਿ ਦਿੱਤਾ ਕਿ ਧਾਰਮਿਕ ਚਿੰਨ੍ਹ ਹੈ? ਬਾਅਦ ਵਿੱਚ ਪੂਰੀ ਕਹਾਣੀ ਸਾਹਮਣੇ ਆਈ ਤੇ ਪੁਲਿਸ ਨੇ ਵੀ ਮਾਫੀ ਮੰਗੀ। ਵਿਕਰਮ ਸਿੰਘ ਦਿਗਵਾ ਨੂੰ ਫੜਿਆ, 21 ਸਾਲ ਦੀ ਸਜ਼ਾ ਸੁਣਾਈ ਗਈ ਉਸਨੂੰ, ਉਹ ਜੇਲ੍ਹ ਦੇ ਵਿੱਚ ਬੰਦ ਹੈ। ਹੁਣ ਉਸਦੀ ਮਾਂ ਨੂੰ 17 ਜੁਲਾਈ 2026 ਨੂੰ ਸਜ਼ਾ ਸੁਣੀ। ਓਕੇ, ਅਪਰਾਧੀ ਨੂੰ ਸ਼ਹਿ ਦੇਣ, ਸਬੂਤ ਮਿਟਾਉਣ ਦੀ ਦੋਸ਼ੀ ਉਸਨੂੰ ਵੀ ਅਦਾਲਤ ਨੇ ਪਾਇਆ ਹੈ। ਇਹ ਸਿਰਫ ਦੇਸ਼ਾਂ ਦੇ ਵਿੱਚ ਇਹ ਸਭ ਕੁਝ ਕਰਨ ਜਾਂਦੇ ਹੈ ਕਿ ਸਾਡੇ ਲੋਕਾਂ ਨੂੰ ਨਹੀਂ ਪਤਾ ਕਿ ਕਾਨੂੰਨ ਕੀ ਚੀਜ਼ ਹੈ? ਕਿਉਂ ਮਾਰਿਆ ਉਸ ਮੁੰਡੇ ਨੂੰ, ਇਹ ਹਲੇ ਵੀ ਸਵਾਲ ਬਣਿਆ ਹੋਇਆ। ਕਿ ਸਿਰਫ ਗੁੱਸੇ ਦੇ ਵਿੱਚ ਆ ਕੇ ਮਾਰਿਆ? ਕਿ ਆਪਣਾ ਗੁੱਸਾ ਸ਼ਾਂਤ ਕਰਨ ਲਈ ਕਿਸੇ ਨੂੰ ਕਤਲ ਕਰ ਦੇਣਾ ਚਾਹੀਦਾ? ਕਿ ਇੱਕ ਇਹ ਨਹੀਂ ਹੁੰਦਾ ਕਿ ਬੰਦੇ ਦਾ ਦਿਮਾਗ ਖਰਾਬ ਹੈ, ਉਸਨੂੰ ਸਟੇਬਲ ਕਰਨ ਲਈ ਹਸਪਤਾਲ ਦੀ ਲੋੜ ਹੈ? ਜੇਕਰ ਬਈ ਤੁਹਾਨੂੰ ਇੰਨਾ ਗੁੱਸਾ ਆਉਂਦਾ ਤਾਂ ਆਪਣਾ ਇਲਾਜ ਕਰਵਾਓ, ਇਸ ਦੀ ਜਾਨ ਲੈਣ ਦੀ ਕਿਉਂ? ਇਸ ਪੂਰੇ ਘਟਨਾਕ੍ਰਮ ਨੇ ਪੂਰੇ ਸਿੱਖ ਜਗਤ ਨੂੰ ਹਿਲਾ ਕੇ ਰੱਖ ਦਿੱਤਾ, ਪੂਰੇ ਸਿੱਖ ਜਗਤ ਨੂੰ ਹੱਥਾਂ ਪੈਰਾਂ ਤੇ ਪੈ, ਕਿਉਂਕਿ ਜੇਕਰ ਵਿਕਰਮ ਦਿਗਵਾ ਅਸਲ ਸਿੱਖ ਹੁੰਦਾ ਤਾਂ ਉਹ ਕਤਲ ਕਰਦਾ ਹੀ ਨਹੀਂ ਸੀ, ਕਤਲ ਕਰਨ ਦੀ ਨੌਬਤ ਹੀ ਨਾ ਆਉਂਦੀ। ਯੂਕੇ ਦੇ ਵਿੱਚ ਹੁਣ ਕਿਹਾ ਜਾ ਰਿਹਾ ਹੈ ਜੀ ਕਿਰਪਾਨ ਤੇ ਬੈਨ ਲਗਾ। ਦਰਸ਼ਕ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਜੁੜੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੋਗੇ ਜੀ ਇਸ ਪੂਰੇ ਮਸਲੇ ਤੇ? ਜੀ, ਤੁਸੀਂ ਮਤਲਬ ਕਿਸੇ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਦੇ ਥਰੂ ਹੀ ਕਰਦੇ ਆ ਜਾਂ ਕਿਸੇ ਥਰੂ ਕਰਦੇ ਆ? ਜਿਸ ਤਰ੍ਹਾਂ ਉਹਨੇ ਕਿਹਾ ਕਿ ਮੈਂ ਸੈਲਫ ਡਿਫੈਂਸ ਵਾਸਤੇ ਕੀਤਾ, ਸੈਲਫ ਡਿਫੈਂਸ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ। ਦੇਖਿਆ ਮੈਂ ਉਹ ਮੂਵੀ ਸਾਰੀ ਦੇਖੀ ਆ। ਉਹ ਬੰਦਾ ਲੜਕਾ ਅੰਦਰ ਆ ਰਿਹਾ ਤਾਂ ਉਹ ਤੇ ਹਮਲਾ ਕਰ ਦਿੱਤਾ। ਤੇ ਦੂਜੀ ਗੱਲ ਇਹ ਆ ਵੀ ਮੰਨ ਲਓ ਉਹਦੇ ਸਬੂਤ ਮਿਟਾਉਣ ਦੀ ਕੋਸ਼ਿਸ਼ ਕੀਤੀ ਆ। ਤੀਜੀ ਗੱਲ ਇਹ ਆ ਉਹਦੀ ਮਾਤਾ ਜੀ ਨੇ ਹੁਣ ਵੀ ਮਤਲਬ ਸਾਰੇ ਜਿੰਨੇ ਪ੍ਰੂਫ ਸੀਗੇ, ਜਿੰਨੇ ਉਹ ਸਾਰੇ ਸੀਗੇ, ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਆ। ਮਤਲਬ ਹਰ ਕੋਈ ਬੰਦਾ ਇੱਕ ਹੀ ਵੱਲ ਅੱਜ ਕੱਲ ਲੈ ਕੇ ਤੁਰਿਆ ਆ ਵੀ ਕਿ ਮਤਲਬ ਕਿਸੇ ਵੀ ਗੱਲ ਕੋਈ ਹੋਵੇ ਅਸੀਂ ਉਹਨੂੰ ਧਰਮ ਨਾਲ ਜੋੜ ਦਿੰਦੇ ਆ। ਮੈਂ ਆਪਣੇ ਮੇਰੇ ਧਰਮ ਦੇ ਉੱਤੇ, ਮੇਰੇ ਚਿੰਨ੍ਹਾਂ ਦੇ ਉੱਤੇ ਇਹ ਪਾਬੰਦੀ ਲਾ ਰਹੇ ਆ। ਹੁਣ ਮਤਲਬ ਕੋਈ ਵੀ ਚੀਜ਼ ਆ, ਅਸੀਂ ਜਿੱਥੇ ਰਹਿੰਦੇ ਹਾਂ ਉੱਥੇ ਦਾ ਜਿਹੜਾ ਕਾਨੂੰਨ ਆ ਉਹ ਦੈਟ ਇਜ਼ ਦਾ ਸੁਪਰੀਮ ਆਫ ਦਾ ਲੈਂਡ ਹੁੰਦਾ। ਆਮ ਤੌਰ ਤੇ ਕਿਤੇ ਵੀ ਨੋਟ ਕਰ ਲਓ, ਜਿਹੜਾ
ਕਾਨੂੰਨ ਹੀ ਸਾਨੂੰ ਫੋਲੋ ਕਰਨਾ ਪਏਗਾ ਜਿੱਥੇ ਵੀ ਅਸੀਂ ਰਹਿੰਦੇ, ਚਾਹੇ ਅਮਰੀਕਾ 'ਚ ਰਹਿੰਦੇ ਹਾਂ, ਚਾਹੇ ਕੈਨੇਡਾ 'ਚ ਰਹਿੰਦੇ, ਇੰਗਲੈਂਡ 'ਚ ਰਹਿੰਦੇ, ਇੰਡੀਆ 'ਚ ਰਹਿੰਦੇ। ਇੰਡੀਆ 'ਚ ਤਾਂ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ। ਇੱਥੇ ਤੇ ਇਹ ਆ ਵੀ ਜੇ ਮੈਂ ਕਾਨੂੰਨ ਦੀ ਕੋਈ ਗਲਤ ਉਲੰਘਣਾ ਕੀਤੀ ਆ ਤਾਂ ਮੈਨੂੰ ਸਜ਼ਾ ਮਿਲਣੀ ਆ। ਤੇ ਹੁਣ ਵੱਲ ਗੱਲ ਇਹ ਹੋ ਗਈ, ਇਹ ਥੋੜੀ ਦੇਖਣਾ ਪਿਆ ਅਗਲੇ ਨੇ ਵੀ ਤੁਹਾਡੇ ਧਰਮ ਦੇ ਵਿੱਚ ਕਿੱਡੀ ਵੱਡੀ ਕੁਰਬਾਨ ਹੈ, ਜਿਹੜੀ ਕੁਰਬਾਨ ਕਿਸੇ ਲਈ ਜਾਨ ਦੇ ਬਣ ਸਕਦੀ ਆ, ਉਹਨਾਂ ਨੇ ਤਾਂ ਪਾਬੰਦੀ ਲਾਉਣੀ ਆ। ਹੁਣ ਆਪ ਤੁਸੀਂ ਦੇਖਿਆ ਹੋਣਾ, ਜਦੋਂ ਮੰਨ ਲਓ ਸਿੱਖ ਆ ਜਾਂ ਕੋਈ ਵੀ ਜਿਹੜਾ ਪੰਜਾਂ ਕਕਾਰਾਂ ਦਾ ਧਾਰਨੀ ਆ, ਜਦੋਂ ਕਿਸੇ 에ਅਰਲਾਈਨ ਦੇ ਵਿੱਚ ਉਹ ਸਫ਼ਰ ਕਰਦੇ ਆ ਅਸੀਂ, ਤੇ ਉਹ ਕਹਿੰਦੇ ਆਪਣੇ ਜਿਹੜੇ ਇਹ ਮਤਲਬ ਕਿਰਪਾਨ ਹੈ ਜਾਂ ਕਕਾਰ ਆ, ਇਹਨੂੰ ਖੋਲ ਕੇ ਟੈਚੀ 'ਚ ਬੰਦ ਕਰਕੇ ਜਮ੍ਹਾਂ ਕਰਵਾ, ਕਿ ਅਸੀਂ ਉਸ ਵੇਲੇ ਮਤਲਬ ਸਾਡੀ ਉਲੰਘਣਾ ਨਹੀਂ ਹੁੰਦੀ, ਕਿ ਉਹਨੂੰ ਪਤਾ ਵੀ ਇਹ ਹਥਿਆਰ ਆ। ਇੱਕ ਹਥਿਆਰ ਲੈ ਕੇ ਅਸੀਂ ਜਹਾਜ਼ 'ਚ ਜਾਵਾਂਗੇ ਤੇ ਜਹਾਜ਼ ਵੀ ਅਗਵਾ ਹੋ ਸਕਦਾ। ਉਹਨਾਂ ਨੇ ਉਹ ਤੋਂ ਲਾਉਣ ਦੀ ਮਤਲਬ ਹਦਾਇਤ ਕਰਤੀ। ਸਾਨੂੰ ਮੰਨਣਾ ਪੈਂਦਾ ਵੀ ਆਰ ਫੋਲੋਇੰਗ, ਕਿ ਅਸੀਂ ਮੰਨ ਵੀ ਰਹੇ ਹਾਂ, ਕਰਨਾ ਵੀ ਪੈ ਰਿਹਾ, ਕਿਉਂਕਿ ਮਤਲਬ ਕਿ ਉਹ ਵੀ ਚੀਜ਼ ਹੈ ਚਾਹੇ ਧਰਮ ਦਾ ਚਿੰਨ੍ਹ ਆ। ਹੁਣ ਇਹ ਥੋੜੀ ਦੇਖਣਾ ਵੀ ਤੁਹਾਡੇ ਧਰਮ ਦਾ ਚਿੰਨ੍ਹ ਕਿਹੋ ਜਿਹਾ ਹੈ। ਇਹ ਧਰਮ ਦਾ ਚਿੰਨ੍ਹ ਅਸੀਂ ਪਹਿਨਣ ਤੋਂ ਪਹਿਲਾਂ ਸਾਨੂੰ ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਬਣ ਜਾਂਦੀ ਹੈ ਕਿ ਇਹਦੇ ਨਾਲ ਕਿਸੇ ਨੂੰ ਕੋਈ ਖਤਰਾ ਨਾ ਹੋਵੇ। ਕੱਲ ਨੂੰ ਮਤਲਬ ਇਹ ਚੀਜ਼ ਕਿਸੇ ਸਾਡੇ ਤੇ ਉੱਤੇ ਕੋਈ ਪਾਬੰਦੀ ਨਾ ਲਾ ਦੇਣ, ਪਰ ਅਸੀਂ ਤਾਂ ਉਲਟ ਗੱਲ ਕਰਦੇ ਹਾਂ। ਮਾੜੀ ਜਿਹੀ ਗੱਲ ਹੋਵੇ, ਹਾਏ ਹਾਏ ਸਾਡੇ ਧਰਮ ਤੇ ਪਾਬੰਦੀ ਲਾਤੀ, ਹਾਏ ਹਾਏ ਸਾਡਾ ਆਹ ਹੋ ਗਿਆ। ਤੇ ਮਾੜੀ ਜਿਹੀ ਪਿੱਛੇ ਜੇ ਤੁਹਾਨੂੰ ਜ਼ਿਆਦਾ ਹੁਣ ਜਾਂ ਮਤਲਬ ਕੋਵਿਡ ਹੋਇਆ ਸੀ, ਉੱਥੇ ਪੁਲਿਸ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਉਹ ਪੁਲਿਸ ਵਾਲੇ ਨੇ ਰੋਕ ਲਏ ਕਿਸੇ ਮਤਲਬ ਨਿਹੰਗ ਸੀਗੇ ਜਾਂ ਮਤਲਬ ਕੁਛ ਵੀ ਕਹਿ ਸਕਦੇ ਆ। ਉਹਨੇ ਕਿਹਾ ਵੀ ਗੱਡੀ ਰੋਕ ਲਾ, ਵੀ ਤੂੰ ਗੱਡੀ ਰੋਕ ਕੇ ਮਤਲਬ ਸਾਨੂੰ ਤਲਾਸ਼ੀ ਦੇ ਦੇ। ਉਹਨ ਮਤਲਬ ਖੜ ਕੇ ਕੁਰਬਾਨ ਕੱਢ ਗੁੱਟ ਵੱਢ ਕੇ ਉਹ ਮਾਰਿਆ ਪੁਲਿਸ ਵਾਲੇ ਦਾ। ਤੇ ਬਾਅਦ ਚ ਉੱਥੇ ਜੇ ਗਏ ਤਾਂ ਉੱਥੇ ਜਾ ਕੇ ਅਸੀਂ ਮਲੰਦਰ ਨਹੀਂ ਵੜਨ ਦੇਣਾ, ਪੁਲਿਸ ਨੂੰ ਫੜਨਾ ਤੇ ਮੁਕੜਾ। ਇਹ ਮਤਲਬ ਸਾਡੀ ਵੀ ਤਾਂ ਕੁਛ ਜ਼ਿੰਮੇਵਾਰੀ ਬਣਦੀ ਹੈ। ਜੇ ਕੋਈ ਅਸੀਂ ਚੀਜ਼ ਪਹਿਨੀ ਆ, ਦੇਖਣਾ ਤਾਂ ਇਹ ਬਣਦਾ ਵੀ ਅਸੀਂ ਕਿਸੇ ਦੇ ਮਤਲਬ ਵਿਰੁੱਧ ਉਹਨੂੰ ਵਰਤ ਨਹੀਂ ਰਹੇ। ਤੇ ਹੁਣ ਜੇ ਕੱਲ ਨੂੰ ਕੋਈ ਸਾਡਾ ਮਤਲਬ ਰਾਜ ਵੀ ਆ ਜਾਂਦਾ, ਕੀ ਉੱਥੇ ਅਸੀਂ ਕੁਰਬਾਨਾ ਲੈ ਕੇ ਲੋਕਾਂ ਨੂੰ ਵੱਢਦੇ ਫਿਰਾਂਗੇ? ਵੱਡੀ ਤਾਂ ਗੱਲ ਦੇਖਣ ਵਾਲੀ ਗੱਲ ਆ ਨਾ। ਫਿਰ ਦੂਜੀ ਬਗਾਨਾ ਮੁਲਕ ਹੈ, ਬਗਾਨੇ ਮੁਲਕ ਦੇ ਵਿੱਚ ਵੀ ਸ਼ੁੱਡ ਬੀ ਵੈਰੀ ਵੈਰੀ ਅਵੇਅਰ ਅਬਾਊਟ ਦਿਸ ਥਿੰਗਸ। ਪਰ ਅਸੀਂ ਮਤਲਬ ਇੰਨੇ ਮਤਲਬ ਹੋ ਜਾਂਦੇ ਆ ਧਰਮ ਦੇ ਵਿੱਚ, ਮਤਲਬ ਪ੍ਰਪੱਕ ਤਾਂ ਨਹੀਂ ਕਹਿ ਸਕਦੇ, ਧਰਮ ਇੰਨਾ ਕੁ ਅਸੀਂ ਜਨੂਨੀ ਕਹਿ ਸਕਦੇ, ਜਨੂਨੀ ਹੋ ਜਾਂਦੇ ਆ। ਉਹ ਜਿਹੜਾ ਜਨੂਨ ਤਾਂ ਤੁਹਾਡੀ ਮੱਤ ਮਾਰ ਦਿੰਦਾ। ਕਿਸੇ ਵੀ ਮੁਲਕ ਦਾ ਹੋਵੇ, ਇੱਥੇ ਮਤਲਬ ਕਿਸੇ ਵੀ ਮਤਲਬ ਹੋਰ ਦੂਜਾ ਧਰਮ ਹੋਵੇ, ਅਸੀਂ ਕਹਿੰਦੇ ਬਾਕੀ ਸਾਰੇ ਭਾਗ ਲਈ ਅਸੀਂ ਇੱਕ ਬਹੁਤ ਵੱਡੇ ਧਾਰਮਿਕ ਇਨਸਾਨ ਹੋ ਗਏ ਹਾਂ। ਧਾਰਮਿਕ ਇਨਸਾਨ ਹੋਣ ਦੇ ਲਈ ਬੰਦੇ ਦੇ ਅੰਦਰ ਕੋਈ ਧਾਰਮਿਕ ਵੀ ਤਾਂ ਪੈਦਾ ਹੋਣਾ ਚਾਹੀਦਾ। ਬਾਕੀ ਇਹ ਤੁਸੀਂ ਗੱਲ ਕੀਤੀ ਕਿ ਉਹ ਜਿਸ ਉਸ ਬੰਦੇ ਨੂੰ 21 ਸਾਲ ਦੀ ਸਜ਼ਾ ਹੋਈ ਹੈ, ਗਲਤ ਹੈ ਕਿ ਸਹੀ ਹੈ, ਇਹ ਤਾਂ ਨਾ ਤੁਸੀਂ ਕੁਛ ਕਹਿ ਸਕਦੇ ਨਾ ਮੈਂ ਕੁਛ ਕਹਿ ਸਕਦੇ। ਤਾਂ ਜੋ ਉਸ ਡੈਡ ਦੀ ਲੈਂਡ ਆਫ ਦਾ ਲਾ ਆਫ ਦਾ ਲੈਂਡ, ਵੀ ਜੋ ਉਸ ਮੁਲਕ ਦਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਉਹਨੂੰ ਜੱਜ ਨੇ ਸਜ਼ਾ ਦੇ ਦਿੱਤੀ। ਜੇ ਉਹ ਸਾਰੀ ਉਮਰ ਵੀ ਕਹਿੰਦਾ ਜਾਂ ਉਹਨੂੰ ਹੈਂਗ ਟੂ ਡੈਥ ਕਹਿੰਦਾ ਤਾਂ ਵੀ ਕੁਛ ਵੀ ਕਰ ਸਕਦੇ ਸੀਗੇ। ਹੁਣ ਮਤਲਬ ਅਰਬਾਂ ਦੇ ਵਿੱਚ ਪਤਾ ਕੀ ਮੁਲਕਾਂ ਦੇ ਵਿੱਚ ਕੀ ਹੁੰਦਾ, ਮੁਸਲਿਮ ਕੰਟਰੀਆਂ ਦੇ ਵਿੱਚ ਤੁਸੀਂ ਕਿਸੇ ਦਾ ਕਤਲ ਕਰ ਦਿੰਦੇ ਹੋ, ਉਹ ਕਹਿੰਦੇ ਮਤਲਬ ਸਾਡੀ ਸ਼ੀਆ ਮਤਲਬ ਕਾਨੂੰਨ ਇਹ ਆ ਕਿ ਖੂਨ ਦਾ ਬਦਲਾ ਖੂਨ। ਉੱਥੇ ਇਹ ਥੋੜੀ ਦੇਖਣਾ ਵੀ ਮੈਨੂੰ ਕੀ ਮਤਲਬ ਹੋਇਆ ਉੱਥੇ, ਮਤਲਬ ਕੀ ਇਹਦਾ ਖੂਨ ਦਾ ਬਦਲਾ ਖੂਨ ਕੀ ਆ। ਉਹ ਤਾਂ ਮਤਲਬ ਫਾਂਸੀ ਦੇ ਨੇ ਜਾਂ ਮਤਲਬ ਚੁਰਾਸਤੇ ਚ ਰੱਖ ਕੇ ਉਹਦੀ ਗਰਦਨ ਕੱਟ ਦਿੰਦੇ ਵੀ ਸਾਡਾ ਬੰਦਾ ਮੈਂ ਤੁਹਾਡਾ ਮਾਰ ਦੇਣਾ। ਇਹ ਤਾਂ ਸਾਡਾ ਵੀ ਕੋਈ ਤਾਂ ਫਰਜ਼ ਬਣਦਾ। ਤੇ ਜਿੱਦਾਂ ਵੀ ਅਸੀਂ ਉਹਨਾਂ ਲਈ ਕਾਨੂੰਨ ਹੈ, ਸਾਡੇ ਲਈ ਤਾਂ ਬਰਾਬਰ ਦਾ ਕਾਨੂੰਨ ਹੈ। ਮੁੱਦਾ ਲਿਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ ਜੀ। ਬਹੁਤ ਸ਼ੁਕਰੀਆ ਸਰ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜੇ ਰੋਜ਼ ਹੀ ਤੁਸੀਂ ਸਾਡੇ ਨਾਲ ਜੋੜਦੇ ਹੋ, ਉਸ ਦੇ ਨਾਲ ਸਾਡਾ ਵੀ ਹੌਸਲਾ ਵੱਧਦਾ ਹੈ। ਬਹੁਤ ਸ਼ੁਕਰੀਆ, ਤੁਹਾਡੀ ਬਹੁਤ ਅੱਛੀ ਰਾਏ ਤੁਸੀਂ ਦਿੱਤੀ ਹੈ, ਬੇਸ਼ਕੀਮਤੀ ਰਾਏ ਸੀ। ਸਾਡੇ ਦਰਸ਼ਕ ਜੋ ਹੁਣੇ ਸਾਡੇ ਨਾਲ ਜੁੜੇ ਸੀ, ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਦੇਸ਼ ਦਾ ਆਪਣਾ ਕਾਨੂੰਨ ਹੁੰਦਾ ਹੈ। ਅਸੀਂ ਧਾਰਮਿਕ ਚਿੰਨ੍ਹਾਂ ਦੀ ਆੜ ਦੇ ਵਿੱਚ ਅਜਿਹੀਆਂ ਕਰਤੂਤਾਂ ਨਹੀਂ ਕਰ ਸਕਦੇ ਜਿਸ ਦੇ ਨਾਲ ਸਾਨੂੰ ਸ਼ਰਮਿੰਦਾ ਹੋਣਾ ਪਵੇ। ਫਿਲਹਾਲ ਇੱਕ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਲਾਈਵ ਹੈ, ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਸ ਤੇ ਤੁਸੀਂ ਕਾਲ ਕਰਨੀ ਹੈ ਔਰ ਆਪਣੀ ਰਾਏ ਦੇਣੀ ਹੈ। ਤਾਂ ਫਿਰ ਦੇਰ ਕਿਸ ਚੀਜ਼ ਦੀ, ਫੋਨ ਚੁੱਕੋ, ਨੰਬਰ ਡਾਇਲ ਕਰੋ ਤੇ ਆਪਣੀ ਰਾਏ ਦਿਓ। ਮੁੱਦੇ ਤੇ ਵਾਪਸ ਆਉਣੇ ਆ। ਮੁੱਦਾ ਹੈ ਜੀ ਇੱਕ ਕਤਲ ਦਾ, ਜਿਸ ਤੇ ਅਸੀਂ ਵਾਰ-ਵਾਰ ਦੱਸ ਰਹੇ ਹਾਂ ਕਿ ਕਿਸ ਤਰ੍ਹਾਂ ਵਿਕਰਮ ਦਿਗਵਾ ਦੇ ਵੱਲੋਂ ਹੈਨਰੀ ਨੋਵਾਕ ਦਾ ਕਤਲ ਕੀਤਾ ਗਿਆ। ਇੱਕ ਚਾਕੂ ਨਾਲ ਕਤਲ ਕੀਤਾ ਗਿਆ, 5 ਵਾਰ ਚਾਕੂ ਉਸ ਨੂੰ ਸਟਾਪ ਕੀਤਾ ਗਿਆ। ਬਾਅਦ ਵਿੱਚ ਕਿਹਾ ਗਿਆ ਕਿ ਜੀ ਇਹ ਤਾਂ ਸਾਡੀ ਕਿਰਪਾਨ ਹੈ, ਧਾਰਮਿਕ ਚਿੰਨ੍ਹ ਹੈ। ਉਸਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਉਹ ਗਲਤ ਸੀ, ਉਹ ਫੜਿਆ ਗਿਆ। ਫਿਰ ਵੀ ਜਦੋਂ ਪੂਰੀਆਂ ਚੀਜ਼ਾਂ ਸਾਹਮਣੇ ਆਈਆਂ, ਪੁਲਿਸ ਦੇ ਸਾਹਮਣੇ ਸੱਚਾਈ ਆਈ, CCTVs ਆਈਆਂ, ਤਾਂ ਪੁਲਿਸ ਨੇ ਉਸਨੂੰ ਫੜਿਆ। ਉੱਥੋਂ ਦੀ
ਅਦਾਲਤ ਵੱਲੋਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਉਸ ਦੀ ਮਾਂ ਨੂੰ 17 ਜੁਲਾਈ ਨੂੰ ਸਜ਼ਾ ਸੁਣਾਈ ਜਾਏਗੀ। ਹੁਣ ਸਵਾਲ ਇਹ ਹੈ ਕਿ ਜਦੋਂ ਇੱਕ ਬੰਦਾ ਅਜਿਹਾ ਕਰਦਾ ਹੈ ਤਾਂ ਕਿ ਸਾਰੇ ਭਾਈਚਾਰੇ ਦਾ ਅਕਸ ਵਾਕਿਆ ਹੀ ਖਰਾਬ ਹੁੰਦਾ ਹੈ। ਕਿ ਅਜਿਹਾ ਘਿਨਾਉਣਾ ਗੁਨਾਹ ਕਰਦਾ ਹੈ ਤਾਂ ਵਿਦੇਸ਼ੀ ਮੀਡੀਆ ਨੂੰ ਪੂਰੇ ਭਾਈਚਾਰੇ ਨੂੰ ਕੀ ਨਿਸ਼ਾਨਾ ਬਣਾਉਣ ਦਾ ਹੱਕ ਮਿਲ ਜਾਂਦਾ ਹੈ। ਕਿ ਇਹ ਸਹੀ ਹੈ ਕਿ ਇਹ ਗਲਤ ਹੈ, ਕਿਉਂਕਿ ਲੋਕਾਂ ਨੇ ਜੋ ਗਾਲ ਉਦੋਂ ਕੱਢੀ ਸਿੱਖਾਂ ਨੂੰ, ਕਿ ਉਹ ਸਹੀ ਸੀ? ਸਾਰੇ ਭਾਈਚਾਰੇ ਨੂੰ ਟਾਰਗੇਟ ਕਰਨਾ ਸਹੀ ਸੀ ਜਾਂ ਗਲਤ ਸੀ? ਕਿ ਵਾਕਿਆ ਹੀ ਪਾਬੰਦੀ ਕਿਰਪਾਨ ਤੇ ਲੱਗਣੀ ਚਾਹੀਦੀ ਹੈ? ਕਿਉਂਕਿ ਯੂਕੇ ਦੇ ਵਿੱਚ ਇਹ ਮੰਗ ਲਗਾਤਾਰ ਉੱਠ ਰਹੀ ਹੈ ਕਿ ਕਿਰਪਾਨ ਤੇ ਪਾਬੰਦੀ ਲਾਈ ਜਾਵੇ। ਕਿ ਕਿਰਪਾਨ ਪਹਿਨਣ ਤੇ ਸਾਡੀ ਜ਼ਿੰਮੇਵਾਰੀ ਵੱਡੀ ਨਹੀਂ ਹੋ ਜਾਂਦੀ, ਜਾਂ ਸਿਰਫ ਅਸੀਂ ਤੈਸ਼ ਦੇ ਵਿੱਚ ਆ ਕੇ ਕੁਝ ਵੀ ਕਰ ਦੇਣਾ ਹੁੰਦਾ ਹੈ? ਕਿਰਪਾਨ ਸਾਨੂੰ ਮਜ਼ਲੂਮਾਂ ਦੀ ਰੱਖਿਆ ਲਈ ਦਿੱਤੀ ਹੈ ਸਾਡੇ ਗੁਰੂ ਸਾਹਿਬਾਨਾਂ ਨੇ, ਤਾਂ ਤੁਸੀਂ ਕਿਸੇ ਮਾਸੂਮ ਨੂੰ ਕਤਲ ਕਰਕੇ ਕਿਵੇਂ ਬਚ ਸਕਦੇ ਹੋ? ਇਹ ਤਾਂ ਸਾਡੇ ਗੁਰੂ ਸਾਹਿਬ ਵੀ ਨਹੀਂ ਬਚਣ ਦੇਣਗੇ। ਤਾਂ ਕੀ ਤੁਹਾਨੂੰ ਲੱਗਦਾ ਹੈ ਕਿ ਯੂਕੇ 'ਚ ਰਹਿਣ ਵਾਲੇ ਆਮ ਪੰਜਾਬੀ ਜਾਂ ਸਿੱਖ ਪਰਿਵਾਰਾਂ ਨੂੰ ਹੁਣ ਸਥਾਨਕ ਲੋਕਾਂ ਦੇ ਬਦਲੇ ਹੋਏ ਰਵੱਈਏ ਜਾਂ ਸਵਾਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ? ਤੁਸੀਂ ਆਪਣਾ ਐਕਸਪੀਰੀਅੰਸ ਦੱਸ ਸਕਦੇ ਹੋ ਕਿ ਯੂਕੇ ਦੇ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਕੀ ਕੁਝ ਬਦਲਿਆ ਹੈ। ਲੋਕ ਸਿੱਖਾਂ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਨੇ? ਕਿ ਸਾਰੇ ਹੀ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ? ਕਿ ਸਾਰੇ ਭਾਈਚਾਰੇ ਤੇ ਸਵਾਲ ਉੱਠ ਰਹੇ ਨੇ? ਜਾਂ ਲੋਕ ਇੰਨੇ ਕੁ ਸਮਝਦਾਰ ਨੇ, ਉਹਨਾਂ ਤੱਕ ਸਿੱਖਾਂ ਦੀ ਆਵਾਜ਼ ਪਹੁੰਚੀ ਕਿ ਕਿਰਪਾਨ ਨਹੀਂ ਹੈ, ਸਾਡਾ ਕੋਈ ਲੈਣਾ ਦੇਣਾ ਨਹੀਂ ਹੈ, ਉਹਨਾਂ ਦਾ ਨਜ਼ਰੀਆ ਗਲਤ ਹੋਇਆ ਨਹੀਂ ਹੈ, ਜਾਂ ਗਲਤ ਹੋ ਕੇ ਬਾਅਦ ਵਿੱਚ ਸਹੀ ਹੋ ਗਿਆ ਹੈ? ਕਿ ਵਾਕਈ ਜੋ ਵਿਕਰਮ ਦਿਗਵਾ ਨੂੰ ਸਜ਼ਾ ਦਿੱਤੀ ਗਈ ਹੈ ਉਨੀ ਕੁ ਸਜ਼ਾ ਸਹੀ ਹੈ, ਜੋ ਉਸਨੂੰ ਹੋਰ ਵੀ ਸਖਤ ਸਜ਼ਾ ਦਿੱਤੀ ਜਾ ਸਕਦੀ ਸੀ? ਅਦਾਲਤ ਉਸਨੂੰ ਹੋਰ ਸਖਤ ਸਜ਼ਾ ਸੁਣਾ ਸਕਦੀ ਸੀ। ਦੋਸ਼ੀ ਵਿਕਰਮ ਨੇ ਪਹਿਲਾਂ ਝੂਠ ਬੋਲਿਆ ਕਿ ਉਸ ਤੇ ਨਸਲੀ ਹਮਲਾ ਹੋਇਆ ਸੀ, ਕਿ ਅਜਿਹੇ ਝੂਠੇ ਦਾਅਵੇ ਉਹਨਾਂ ਲੋਕਾਂ ਦਾ ਨੁਕਸਾਨ ਨਹੀਂ ਕਰਦੇ ਜੋ ਸੱਚਮੁੱਚ ਵਿਦੇਸ਼ਾਂ ਦੇ ਵਿੱਚ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਨੇ, ਰੇਸਿਜ਼ਮ ਦਾ ਸ਼ਿਕਾਰ ਹੁੰਦੇ ਨੇ। ਜੇਕਰ ਮਰਨ ਵਾਲਾ ਨੌਜਵਾਨ ਕਿਸੇ ਘੱਟ ਗਿਣਤੀ ਭਾਈਚਾਰੇ ਦਾ ਹੁੰਦਾ ਤੇ ਹਮਲਾਵਰ ਗੋਰਾ ਹੁੰਦਾ ਤਾਂ ਕੀ ਪੁਲਿਸ ਉਸ ਵੇਲੇ ਵੀ ਇੰਨੀ ਹੀ ਐਸੇ ਤਰ੍ਹਾਂ ਹੱਥਕੜੀ ਲਾਉਂਦੀ? ਕਿ ਪੁਲਿਸ ਦਾ ਰਵੱਈਆ ਸਿਸਟਮ ਦੀ ਨਾਕਾਮੀ ਨਹੀਂ ਹੈ? ਸਵਾਲ ਇਹ ਵੀ ਹੈ। ਅੱਜ ਦੇ ਨੌਜਵਾਨਾਂ ਦੇ ਵਿੱਚ ਗੱਲ ਤੇ ਗੁੱਸਾ ਆ ਜਾਂਦਾ ਹੈ, ਚਾਕੂ ਜਾਂ ਹਥਿਆਰ ਕੱਢਣ ਦਾ ਜੋਸ਼ ਆ ਜਾਂਦਾ ਹੈ। ਇਸ ਦਾ ਅਸਲ ਜ਼ਿੰਮੇਵਾਰ ਕੌਣ ਹੈ? ਸੋਸ਼ਲ ਮੀਡੀਆ, ਗੈਂਗਸਟਰ ਕਲਚਰ, ਜਾਂ ਮਾਪਿਆਂ ਦੀ ਨਾਕਾਮੀ? ਇਸ ਦੇ ਲਈ ਤੁਸੀਂ ਕਿਸ ਦੀ ਨਾਕਾਮੀ ਮੰਨੋਗੇ ਕਿ ਕੌਣ ਜ਼ਿੰਮੇਵਾਰ ਹੈ? 23 ਸਾਲ ਦੀ ਉਮਰ ਜੋ ਕਰੀਅਰ ਬਣਾਉਣ ਦੀ ਹੁੰਦੀ ਹੈ, ਉਸ ਦੇ ਵਿੱਚ ਹਥਿਆਰ ਰੱਖਣਾ ਕਿਸ ਮਾਨਸਿਕਤਾ ਨੂੰ ਦਰਸਾਉਂਦਾ ਹੈ? ਅਸੀਂ ਆਪਣੇ ਬੱਚਿਆਂ ਨੂੰ ਇਸ ਹਿੰਸਕ ਰਾਹ ਤੋਂ ਕਿਵੇਂ ਬਚਾ ਸਕਦੇ ਹਾਂ? ਇਹ ਸਵਾਲ ਖੜਾ ਹੁੰਦਾ ਹੈ। ਅਦਾਲਤ ਨੇ ਦੋਸ਼ੀ ਦੀ ਮਾਂ ਨੂੰ ਵੀ ਦੋਸ਼ੀ ਮੰਨਿਆ ਹੈ, ਜਿਸ ਦੀ ਸਜ਼ਾ 17 ਜੁਲਾਈ 2026 ਨੂੰ ਹੋਣੀ ਹੈ। ਕਿ ਮਾਂ ਨੂੰ ਵੀ ਪੁੱਤ ਦੇ ਬਰਾਬਰ ਦੀ ਹੀ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਸਨੇ ਸਬੂਤ ਛੁਪਾਏ ਸੀ। ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ? ਜੇਕਰ ਮਾਂ ਨੇ ਪਹਿਲਾਂ ਹੀ ਆਪਣੇ ਪੁੱਤ ਦੇ ਹਥਿਆਰਾਂ ਦੇ ਸ਼ੌਕ ਨੂੰ ਰੋਕਿਆ ਹੁੰਦਾ ਤਾਂ ਕੀ ਅਜਿਹਾਨ ਨੋਵਾਕ ਜਿਉਂਦਾ ਨਾ ਹੁੰਦਾ? ਕਿ ਮਾਪਿਆਂ ਦੀ ਹੱਦੋਂ ਵੱਧ ਲਾਡ ਪਿਆਰ ਹੀ ਬੱਚਿਆਂ ਨੂੰ ਅਪਰਾਧੀ ਬਣਾਉਂਦਾ ਹੈ? ਇਹ ਸਵਾਲ ਖੜਾ ਹੁੰਦਾ ਹੈ। ਇਸ ਕੇਸ ਤੋਂ ਬਾਅਦ ਯੂਕੇ ਦੇ ਵਿੱਚ ਜਨਤਕ ਥਾਵਾਂ ਤੇ ਧਾਰਮਿਕ ਚਿੰਨ੍ਹ ਲੈ ਕੇ ਜਾਣ ਦੇ ਕਾਨੂੰਨਾਂ ਤੇ ਬਹਿਸ ਛਿੜ ਗਈ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕਾਨੂੰਨ ਬਦਲਣੇ ਚਾਹੀਦੇ ਨੇ ਜਾਂ ਸਿਰਫ ਅਪਰਾਧੀਆਂ ਤੇ ਸਖਤੀ ਹੋਣੀ ਚਾਹੀਦੀ ਹੈ? ਜੇਕਰ ਤੁਸੀਂ ਹੈਨਰੀ ਨੋਵਾਕ ਦੇ ਪਰਿਵਾਰ ਦੀ ਥਾਂ ਤੇ ਹੁੰਦੇ ਕਿ ਯੂਕੇ ਪੁਲਿਸ ਦੀ ਮਾਫੀ ਨਾਲ ਤੁਹਾਡਾ ਕਾਲਜਾ ਠਰ ਜਾਂਦਾ? ਪਰ ਪੁਲਿਸ ਵਿਭਾਗ ਨੂੰ ਇਸ ਗਲਤੀ ਨੂੰ ਸੁਧਾਰਨ ਲਈ ਕੀ ਕਰਨਾ ਚਾਹੀਦਾ ਹੈ? ਕਿਉਂਕਿ ਪੁਲਿਸ ਨੇ ਜ਼ਖਮੀ ਪਏ ਹੈਨਰੀ ਨੂੰ ਹੀ ਹੱਥਕੜੀਆਂ ਲਗਾ ਦਿੱਤੀਆਂ ਸੀ ਜਦੋਂ ਵਿਕਰਮ ਦਿਗਵਾ ਨੇ ਆਖਿਆ ਕਿ ਧਾਰਮਿਕ ਚਿੰਨ੍ਹ ਹੈ ਤੇ ਉਸਨੇ ਆਪਣੇ ਸੈਲਫ ਡਿਫੈਂਸ ਦੇ ਲਈ ਇਹ ਵਰਤਿਆ ਹੈ। ਉਸ ਤੇ ਰੇਸਿਜ਼ਮ ਹੋਇਆ ਸੀ, ਉਸ ਤੇ ਨਸਲੀ ਹਿੰਸਾ ਹੋਈ ਸੀ। ਜੇਕਰ ਉਸਨੂੰ ਸਮੇਂ ਸਿਰ ਹਸਪੀਟਲ ਲਿਜਾਇਆ ਜਾਂਦਾ ਤਾਂ ਹੋ ਸਕਦਾ ਹੈ ਕਿ ਹੈਨਰੀ ਬਚ ਜਾਂਦਾ। ਇਸ ਲਈ ਪੁਲਿਸ ਨੂੰ ਕਿਸ ਤਰ੍ਹਾਂ ਦੀ ਪਨਿਸ਼ਮੈਂਟ ਹੈ ਜਿਹੜੀ ਮਿਲਣੀ ਚਾਹੀਦੀ ਉਸ ਵੇਲੇ ਦੇ ਅਧਿਕਾਰੀ ਨੂੰ? ਕਿ ਮਾਫੀ ਮੰਗਣ ਨਾਲ ਸਿਰਫ ਗਲਤੀ ਖਤਮ ਹੋ ਗਈ ਕਿ ਉਹਨਾਂ ਮਾਪਿਆਂ ਦਾ ਕਾਲਜਾ ਠਰ ਗਿਆ ਜਿਨ੍ਹਾਂ ਦਾ ਪੁੱਤ ਚਲਾ ਗਿਆ? ਇਹ ਵਾਕਿਆ ਹੀ ਕਿਰਪਾਨ ਹੋਣਾ ਵਿਦੇਸ਼ਾਂ ਦੇ ਵਿੱਚ ਬੈਨ ਹੋਣੀ ਚਾਹੀਦੀ ਹੈ ਜਾਂ ਫਿਰ ਕਿਰਪਾਨ ਨੂੰ ਬੈਨ ਨਹੀਂ ਕੀਤਾ ਜਾਣਾ ਚਾਹੀਦਾ? ਜੋ ਸਿੱਖਾਂ ਨੇ ਅੱਗੇ ਆ ਕੇ ਮੀਡੀਆ ਤੇ ਗੱਲ ਰੱਖੀ ਕਿ ਇਸ ਦੇ ਵਿੱਚ ਪੂਰਾ ਸਿੱਖ ਭਾਈਚਾਰਾ ਦੋਸ਼ੀ ਨਹੀਂ ਹੈ, ਇਸ ਸਿੱਖ ਕਤਲ ਦੀ ਨਿੰਦਿਆ ਕਰਦੇ ਹਾਂ, ਕਿ ਇਹ ਗੱਲ ਪੂਰੇ ਮੁਲਕ ਦੇ ਵਿੱਚ ਸਾਰੇ ਲੋਕਾਂ ਤੱਕ ਫੈਲੀ, ਮੂਲ ਰੂਪ ਦੇ ਵਿੱਚ ਗੋਰਿਆਂ ਤੱਕ ਇਹ ਗੱਲ ਪਹੁੰਚੀ, ਸਹੀ ਤਰੀਕੇ ਦੇ ਨਾਲ ਪਹੁੰਚੀ, ਜਾਂ ਫਿਰ ਇਹ ਗੱਲ ਪਹੁੰਚੀ ਹੀ ਰਹੀ ਕਿ ਵਾਕਿਆ ਹੀ ਕਿਰਪਾਨ ਤੇ ਪਾਬੰਦੀ ਲਾਉਣ ਦੇ ਨਾਲ ਅਜਿਹੇ ਮਰਡਰਰਸ ਰੁਕ ਜਾਣਗੇ?
ਜਾਂ ਫਿਰ ਨਹੀਂ ਰੁਕਣਗੇ। ਕਿਰਪਾਨ ਤੇ ਬੈਨ ਦੀ ਮੰਗ ਉੱਠੀ ਹੈ ਤੇ ਮਸਲਾ ਭਖ ਗਿਆ ਹੈ, ਕਿਉਂਕਿ ਯੂਕੇ ਦੇ ਵਿੱਚ ਸਿੱਖ ਜਥੇਬੰਦੀਆਂ ਵਿਰੋਧ ਕਰ ਰਹੀਆਂ ਨੇ। ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਤੇ ਅਸੀਂ ਅੱਜ ਡਿਸਕਸ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਵਾਕਿਆ ਹੀ ਇੱਕ ਦੇ ਕਾਰੇ ਲਈ ਸਾਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਕਿ ਇਹ ਸਹੀ ਹੈ ਕਿ ਸਾਰੇ ਹੀ ਲੋਕਾਂ ਨੂੰ ਨਿਸ਼ਾਨਾ ਬਣਾ ਲਓ ਜੋ ਉਸ ਧਰਮ ਦੇ ਨਾਲ ਜੁੜੇ ਹੋਏ ਨੇ, ਜੋ ਉਸ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਉਹਨਾਂ ਦੀ ਦਿੱਖ ਨੂੰ ਵੇਖ ਕੇ ਨਿਸ਼ਾਨਾ ਬਣਾ ਲਓ। ਕਿ ਲੋਕਾਂ ਨੂੰ ਤੇ ਮੁਸ਼ਕਲਾਂ ਨਹੀਂ ਆਈਆਂ ਹੋਣੀਆਂ, ਸਾਰੇ ਹੀ ਪੰਜਾਬੀਆਂ ਨੂੰ, ਸਾਰੇ ਹੀ ਸਿੱਖਾਂ ਨੂੰ ਉਸ ਨਜ਼ਰ ਦੇ ਨਾਲ ਦੇਖਿਆ ਗਿਆ ਹੋਏਗਾ। ਉਹਨਾਂ ਨੂੰ ਕੰਮ-ਕਾਰ ਮਿਲਣ ਦੇ ਵਿੱਚ ਮੁਸ਼ਕਿਲ ਆਈ ਹੋਏਗੀ ਕਿ ਵਾਕਿਆ ਹੀ ਅਜਿਹਾ ਹੋਵੇਗਾ, ਕਿ ਵਾਕਿਆ ਹੀ ਹੁਣ ਯੂਕੇ ਦੇ ਵਿੱਚ ਕਿਰਪਾਨ ਤੇ ਪਾਬੰਦੀ ਲੱਗੇਗੀ ਜਾਂ ਫਿਰ ਨਹੀਂ ਲੱਗੇ। ਅੱਜ ਦਾ ਮੁੱਦਾ ਕਤਲ ਕਾਨੂੰਨ ਤੇ ਕਿਰਪਾਨ ਦੇ ਨਾਲ ਜੁੜਿਆ ਹੋਇਆ ਹੈ। ਉਸ ਸਿਆਸੀ ਧਿਰਾਂ ਦੇ ਵੱਲੋਂ ਕਿਰਪਾਨ ਤੇ ਬੈਨ ਲਗਾਉਣ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਹੈ ਕਿ ਕਿਰਪਾਨ ਤੇ ਬੈਨ ਲਾਇਆ ਜਾਵੇ, ਪਾਬੰਦੀ ਲਾਈ ਜਾਵੇ। ਪਰ ਕੀ ਪਾਬੰਦੀ ਸਹੀ ਹੋਵੇਗੀ? ਕਿ ਸਾਡੇ ਧਾਰਮਿਕ ਚਿੰਨ੍ਹਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ? ਜੇਕਰ ਯੂਕੇ ਦੇ ਵਿੱਚ ਪਾਬੰਦੀ ਲੱਗੇਗੀ ਤਾਂ ਉਸ ਤੋਂ ਬਾਅਦ ਕਿਸੇ ਹੋਰ ਦੇਸ਼ ਦੇ ਵਿੱਚ ਵੀ ਪਾਬੰਦੀ ਲੱਗੇਗੀ। ਕਿ ਸਾਨੂੰ ਉੱਥੇ ਦੇ ਹੀ ਦੇਸ਼ ਦਾ ਕਾਨੂੰਨ ਮੰਨਣਾ ਪਏਗਾ ਜਾਂ ਫਿਰ ਉਸ ਦੇਸ਼ ਚੋਂ ਨਿਕਲ ਕੇ ਸਿੱਖ ਕਿਤੇ ਹੋਰ ਚਲੇ ਜਾਣਗੇ। ਸਿੱਖ ਕਿਸ ਚੀਜ਼ ਨੂੰ ਤਰਜੀਹ ਦੇਣਗੇ? ਉੱਥੇ ਹੀ ਰਹਿਣਗੇ ਜਾਂ ਉੱਥੋਂ ਕਿਸੇ ਹੋਰ ਦੇਸ਼ ਦੇ ਵਿੱਚ ਜਾਣ ਦੀ ਜੇਕਰ ਪਾਬੰਦੀ ਯੂਕੇ ਦੇ ਵਿੱਚ ਲੱਗ ਜਾਂਦੀ? ਇਹ ਉਹ ਲੋਕ ਜਿਨ੍ਹਾਂ ਨੇ ਇਸ ਪੂਰੇ ਘਟਨਾਕ੍ਰਮ ਦੀ ਨਿੰਦਾ ਕੀਤੀ, ਦੱਸਿਆ ਕਿ ਕਿਰਪਾਨ ਨਹੀਂ ਹੈ, ਚਾਕੂ ਹੈ, ਉਹ ਗੱਲ ਪੂਰੇ ਲੋਕਾਂ ਤੱਕ ਸਹੀ ਤਰੀਕੇ ਨਾਲ ਪਹੁੰਚੀ? ਵਿਦੇਸ਼ੀ ਮੀਡੀਆ ਨੇ ਗੱਲ ਪਹੁੰਚਾਈ ਜਾਂ ਫਿਰ ਨਹੀਂ ਪਹੁੰਚਾਈ, ਜਾਂ ਸਿਰਫ ਗਾਲਾਂ ਕੱਢਣ ਤੱਕ ਹੀ ਸੀਮਤ ਰਿਹਾ? ਵਿਦੇਸ਼ੀ ਮੀਡੀਆ ਵੀ ਸਿੱਖਾਂ ਨੂੰ ਗਾਲਾਂ ਕੱਢਣ ਤੱਕ ਸੀ। ਕੀ ਉੱਥੋਂ ਦਾ ਕਾਨੂੰਨ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕਿਰਪਾਨ, ਕੜਾ, ਕੰਘਾ ਪਹਿਨਣ ਦੀ ਆਜ਼ਾਦੀ ਦਿੰਦਾ ਹੈ ਜਾਂ ਫਿਰ ਇਹ ਆਜ਼ਾਦੀ ਖੋਹ ਲੈਂਦਾ? ਹੁਣ ਇਹ ਮਸਲਾ ਖਾਸਾ ਭਖਿਆ ਹੋਇਆ ਹੈ। ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਵਾਕਿਆ ਹੀ ਕਿਰਪਾਨ ਤੇ ਬੈਨ ਲੱਗਦਾ ਹੈ ਜਾਂ ਫਿਰ ਨਹੀਂ ਲੱਗਦਾ ਹੈ। ਸਵਾਲ ਇਹ ਵੀ ਹੈ ਕਿ ਇੱਕ ਦੀ ਗਲਤੀ ਲਈ ਸਾਰੇ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਇੱਕ ਨੇ ਜੋ ਗੁਨਾਹ ਕੀਤਾ ਉਸ ਲਈ ਸਾਰੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣਾ ਕਿੰਨਾ ਕੁ ਸਹੀ ਹੈ? ਕਾਨੂੰਨੀ ਬਦਲਾਅ ਅਤੇ ਭਵਿੱਖ ਤੇ ਕੀ ਅਸਰ ਹੈ ਜਿਹੜਾ ਇਸਦਾ ਪੈ ਸਕਦਾ ਹੈ? ਕਿ ਵਾਕਿਆ ਹੀ ਕਈ ਤਰ੍ਹਾਂ ਦੇ ਕਾਨੂੰਨੀ ਬਦਲਾਅ ਹੋ ਸਕਦੇ ਨੇ ਜਾਂ ਫਿਰ ਭਵਿੱਖ ਤੇ ਇਸਦਾ ਕੀ ਅਸਰ ਪੈ ਸਕਦਾ ਹੈ? ਸਿੱਖਾਂ ਤੇ ਇਸਦਾ ਕੀ ਅਸਰ ਪੈ ਸਕਦਾ ਹੈ? ਕਿ ਹੈਨਰੀ ਨਵਾਕ ਨੂੰ ਜਿਸ ਤਰ੍ਹਾਂ ਮਾਰਿਆ ਗਿਆ, ਜੋ ਸਜ਼ਾ ਵਿਕਰਮ ਦਿਗਵਾ ਨੂੰ ਦਿੱਤੀ ਗਈ, ਉਹਨੀ ਸਫੀਸ਼ੀਐਂਟ ਹੈ ਜਾਂ ਸਜ਼ਾ ਹੋਰ ਵੀ ਵਧਾਈ ਜਾ ਸਕਦੀ ਸੀ? ਇਹ ਸਾਡੇ ਅੱਜ ਦੇ ਸਵਾਲ ਸੀ ਜਿਨ੍ਹਾਂ ਤੇ ਅਸੀਂ ਖੁੱਲ੍ਹ ਕੇ ਚਰਚਾ ਕਰਨ ਦੀ ਕੋਸ਼ਿਸ਼ ਕੀਤੀ, ਆਪਣੇ ਦਰਸ਼ਕਾਂ ਤੋਂ ਉਹਨਾਂ ਦੀ ਰਾਏ ਵੀ ਜਾਣਨ ਦੀ ਕੋਸ਼ਿਸ਼ ਕੀਤੀ ਹੈ। ਸਾਡਾ ਮਕਸਦ ਅੱਜ ਦਾ ਇਹ ਸੀ ਕਿ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਆਪਣੀ ਅਕਸ ਨੂੰ ਖਰਾਬ ਕਰ ਰਹੇ ਹਾਂ, ਸਾਨੂੰ ਇਸ ਚੀਜ਼ ਤੇ ਕੰਟਰੋਲ ਕਰਨ ਦੀ ਬੇਹੱਦ ਜ਼ਰੂਰਤ ਹੈ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ। ਸਤਿ ਸ੍ਰੀ ਅਕਾਲ।